ਸ੍ਰੀ ਵਾਹਿਗੁਰੂ ਜੀ। ਗੁਰੂ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ, ਸਿਮਰੋ ਅੰਗਦ ਦੁਖ ਨਿਕੰਦਨ। ਅਮਰਦਾਸ ਗੁਰ ਹਿਰਦੇ ਧਿਆਵੋ ਜੀ ਹਿਰਦੇ। ਸ੍ਰੀ ਗੁਰੂ ਰਾਮਦਾਸ ਗੁਣ ਗਾਓ। ਗੁਰੂ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ। ਹਰਿ ਗੋਬਿੰਦ ਸ਼ੁਭ ਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਸਤਿਗੁਰ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਾਰੋਂ ਤਾਰਾ ਪਾਰੇ ਪੁਨ ਪੁਨ ਸੀਸਾ, ਵਾਹਿਗੁਰੂ ਪੁਨ ਪੁਨ। ਬੰਦੋਂ ਬਾਰ ਬਾਰ ਜਗਦੀਸਾ, ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ। ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਓ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਓ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਸਤਿਗੁਰ ਹਰਿ ਰਾਏ ਜੀ। ਭਗਤ ਮੁਕਤ ਦੇ ਦਾਨ, ਹਿਰਦਾ ਸ਼ੁੱਧ ਦੇਖਨ ਕਰਿਓ, ਤਾਰਸ਼ ਕੋਹ ਸਜਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਅਤਿਅੰਤ ਵਡਭਾਗੇ ਹੋ ਜੋ ਕਿ ਗੁਰੂ ਸਾਹਿਬ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਵਿਖੇ ਹਾਜ਼ਰੀਆਂ ਭਰ ਕੇ ਸੰਧਿਆ ਦੇ ਦੀਵਾਨ ਵਿੱਚ ਸੋਦਾ ਰਹਿਰਾਸ ਸਾਹਿਬ ਜੀ ਦੇ ਪਾਠ ਸਰਵਣ ਕੀਤੇ ਹਨ। ਉਪਰੰਤ ਆਰਤੀ ਆਰਤੇ ਦਾ ਕੀਰਤਨ ਸਰਵਣ ਕੀਤਾ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਧੰਨ ਗੁਰੂ ਹਰਿ ਰਾਏ ਸਾਹਿਬ ਜੀ ਦੇ ਚਰਨਾਂ ਵਿੱਚ ਦਾਰਾ ਸ਼ਿਕੋ, ਜੋ ਹਿੰਦੁਸਤਾਨ ਦਾ ਵਲੀ ਅਹਿਦ ਬਾਦਸ਼ਾਹ ਸ਼ਾਹਜਹਾਨ ਦਾ ਵੱਡਾ ਪੁੱਤਰ, ਔਰੰਗਜ਼ੇਬ ਦਾ ਵੱਡਾ ਭਾਈ ਸੀ। ਜਦੋਂ ਔਰੰਗਜ਼ੇਬ ਨਾਲ ਜੰਗ ਵਿੱਚ ਹਾਰ ਗਿਆ ਤੇ ਪੰਜਾਬ ਵੱਲ ਆਇਆ, ਸ੍ਰੀ ਗੋਇੰਦਵਾਲ ਸਾਹਿਬ ਦੇ ਪਤਨ ਤੋਂ ਪਾਰ ਹੋ ਕੇ ਸਤਿਗੁਰੂ ਜੀ ਨੂੰ ਮਿਲਿਆ ਹੈ। ਮਹਾਰਾਜ ਦੇ ਦਰਸ਼ਨ ਕੀਤੇ ਹਨ, ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ ਔਰ ਬੇਅੰਤ ਵਧੀਆ ਭੇਟਾਵਾਂ, ਹੀਰੇ ਮੋਤੀ ਜਵਾਹਰਾਤ, ਸੁੰਦਰ ਬਸਤਰ, ਚੰਗੇ ਘੋੜੇ ਤੇ ਸ਼ਸਤਰ ਗੁਰੂ ਸਾਹਿਬ ਜੀ ਨੂੰ ਭੇਟਾ ਕੀਤੇ ਹਨ। ਔਰ ਸਤਿਗੁਰੂ ਜੀ ਕੋਲੋਂ ਆਤਮ ਗਿਆਨ ਦਾ ਉਪਦੇਸ਼ ਲੈਣ ਦੀ ਜਾਚਨਾ ਕੀਤੀ ਹੈ, ਕਿਉਂਕਿ ਇਸ ਨੇ ਬਹੁਤ ਸਾਧੂਆਂ, ਮਹਾਂਪੁਰਸ਼ਾਂ, ਰਿਸ਼ੀਆਂ ਮੁਨੀਆਂ, ਸਾਈਂ ਮੀਆਂ ਮੀਰ ਜੀ ਅਤੇ ਸ਼ਰਮਦ, ਇਹ ਦੋ ਫਕੀਰਾਂ ਦੀ ਬਹੁਤ ਜ਼ਿਆਦਾ ਸੰਗਤ ਕੀਤੀ ਸੀ। ਇਸ ਤੋਂ ਇਲਾਵਾ ਜਿਹੜੇ ਉਪਨਿਸ਼ਦਾਂ ਦੇ ਵਿਦਵਾਨ ਮਹਾਂਪੁਰਸ਼ ਸਨ, ਉਹਨਾਂ ਕੋਲੋਂ ਉਪਨਿਸ਼ਦਾਂ ਦੀ ਕਥਾ ਸੁਣ ਕੇ ਫਾਰਸੀ 'ਚ ਉਹਦਾ ਅਨੁਵਾਦ ਵੀ ਕੀਤਾ ਸੀ। ਆਪ ਵੀ ਬੜਾ ਵਿਦਵਾਨ ਸੀ, ਫਾਰਸੀ ਦਾ ਆਤਮ ਗਿਆਨੀ ਸੀ, ਪਰੰਤੂ ਰਾਜਨੀਤੀ ਦੀਆਂ ਕੂੜ ਚਾਲਾਂ ਨਹੀਂ ਸੀ ਜਾਣਦਾ। ਇਸ ਕਰਕੇ ਔਰੰਗਜ਼ੇਬ ਕੋਲੋਂ ਹਾਰ ਗਿਆ ਸੀ। ਹੁਣ ਸਤਿਗੁਰੂ ਜੀ ਨੂੰ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ,
ਤੇ ਮਹਾਰਾਜ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦਾਰਾ ਸ਼ਿਕੋਹ ਨੂੰ ਆਤਮ ਗਿਆਨ ਦੀ ਦਾਤ ਬਖਸ਼ ਰਹੇ ਹਨ। ਜਿੱਥੇ ਸਾਧ ਸੰਗਤ ਦੀ ਬਿਰਤੀ ਸਦਾ ਲਈ ਟਿਕ ਜਾਵੇ। ਵੈਸੇ ਆਤਮ ਗਿਆਨ ਦੀਆਂ ਵੀ ਕਈ ਸਟੇਜਾਂ ਹਨ। ਸਰਵਣ ਕਰਕੇ ਕਈ ਉੱਥੇ ਹੀ ਆਪਣੇ ਆਪ ਨੂੰ ਆਤਮ ਗਿਆਨੀ ਸਮਝ ਲੈਂਦੇ, ਕਈ ਮਨਨ ਕਰਕੇ ਸਮਝ ਲੈਂਦੇ, ਕਈ ਨਿਧਿਆਸਨ ਕਰਕੇ ਸਮਝਦੇ ਹੈ। ਪਰ ਪੂਰਨ ਅਵਸਥਾ ਉਦੋਂ ਹੁੰਦੀ ਜਦੋਂ ਤੇਲ ਦੀ ਧਾਰਾਵਤ ਇੱਕ ਰਸ ਬਿਰਤੀ ਟਿਕ ਜਾਂਦੀ ਹੈ, ਫਿਰ ਟੁੱਟਦੀ ਨਹੀਂ। ਲਗਾਤਾਰ ਨਿਰੰਤਰ ਉਹ ਜਿਹੜੀ ਅਵਸਥਾ ਹੈ ਉਹ ਮਹਾਰਾਜ ਸਾਹਿਬ ਜੀ ਦੀ ਕਿਰਪਾ ਨਾਲ ਆਉਂਦੀ ਹੈ। ਗੁਰ ਕਿਰਪਾ ਜੇ ਨਰ ਕਉ ਕੀਨੀ, ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ। ਸੋ ਮਹਾਂਪੁਰਸ਼ਾਂ ਦੀ ਸੰਗਤ ਕਰਕੇ, ਉਪਨਿਸ਼ਦਾਂ ਦੀ, ਵੇਦਾਂ ਦੀ ਕਥਾ ਸੁਣ ਕੇ ਜੋ ਬ੍ਰਹਮ ਦਾ ਸਾਖਸ਼ਾਤਕਾਰ ਹੋਇਆ ਸੀ, ਗੁਰੂ ਕਿਰਪਾ ਨਾਲ ਉਹ ਸਦਾ ਲਈ ਨਿਹਚਲ ਹੋ ਗਿਆ। ਆਓ ਸਰਵਣ ਕਰੀਏ। ਸਤਿਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਦੇ ਚਰਨਾਂ 'ਚ ਸਿਰ ਝੁਕਾ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼੍ਰੀ ਸਤਿਗੁਰ ਹਰਿਰਾਏ ਜੀ। ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਭਗਤ ਮੁਕਤ ਦੇ ਦਾਨ, ਮੁਕਤੀ ਦੇ ਵੀ ਦਾਤੇ ਹਨ ਤੇ ਭੁਗਤੀ ਦੇ ਵੀ ਦਾਤੇ ਹਨ। ਜੇ ਕੋਈ ਸੰਸਾਰੀ ਜੀਵ ਰਾਜ ਭਾਗ ਮੰਗੇ, ਉਸ ਨੂੰ ਰਾਜ ਭਾਗ ਸੁਖ ਸੁਵਿਧਾ ਵੀ ਬਖਸ਼ ਦਿੰਦੇ ਹਨ। ਜੇ ਕੋਈ ਜਗਿਆਸੂ ਮੁਕਤੀ ਦੀ ਜਾਚਨਾ ਕਰੇ, ਉਹਨੂੰ ਸਤਿਗੁਰੂ ਜੀ ਮੁਕਤੀ ਦਾ ਵੀ ਦਾਨ ਦੇ ਦਿੰਦੇ ਹਨ। ਹਿਰਦਾ ਸ਼ੁੱਧ ਦੇਖਣ ਕਰਿਓ। ਬਸ ਜਦੋਂ ਮਹਾਰਾਜ ਦੇਖਦੇ ਆ ਵੀ ਕਿਸੇ ਸਿੱਖ ਦਾ ਹਿਰਦਾ ਸਾਫ਼ ਹੈ, ਹਿਰਦਾ ਸ਼ੁੱਧ ਹੈ, ਉਦੋਂ ਕਿਰਪਾ ਕਰ ਦਿੰਦੇ ਹਨ। ਕਿਉਂਕਿ ਭਾਂਡਾ ਵੀ ਤਾਂ ਚਾਹੀਦਾ ਨਾ ਵਸਤੂ ਵਾਸਤੇ। ਬਿਨਾਂ ਵਸਤੂ ਭਾਂਡੇ ਦੇ ਵਸਤੂ ਕਿੱਥੇ ਪਾਓਗੇ? ਭਾਂਡਾ ਛੋਟਾ ਹੋਵੇ, ਵਸਤੂ ਜ਼ਿਆਦਾ ਪਾਈਏ, ਸੰਭਾਲਦੀ ਨਹੀਂ, ਸੰਭਲਦੀ ਨਹੀਂ। ਇਹ ਮਹਾਰਾਜ ਨੇ ਵੇਖ ਲਿਆ ਵੀ ਭਾਂਡਾ ਠੀਕ ਹੈ, ਹਿਰਦਾ ਇਹਦਾ ਸ਼ੁੱਧ ਹੈ। ਦਾਰਾ ਸ਼ਿਕੋਹ ਸਜਾਨ, ਦਾਰਾ ਸ਼ਿਕੋਹ ਦੇ ਉੱਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ। ਤਰਕੇਸ਼ਰ ਕੇ ਬੰਸ ਮਝਾਰੇ, ਮਹਾਰਾਜ ਸਾਹਿਬ ਜੀ ਵਿਚਾਰ ਕਰਦੇ ਹਨ ਵੀ ਦੇਖੋ, ਤੁਰਕਾਂ ਦੀ ਕੁਲ ਦੇ ਵਿੱਚ, ਬਾਬਰ ਬਾਦਸ਼ਾਹ ਦੇ ਪਰਿਵਾਰ ਦੇ ਵਿੱਚ ਸ਼ੁਭ ਮਤ ਉਪਜਿਓ ਗੁਣ ਵਿਚਾਰੇ। ਇਹ ਸ਼ੁਭਮਤੀ ਵਾਲਾ ਸਿਆਣਾ ਗੁਣਵਾਨ ਬੱਚਾ ਪੈਦਾ ਹੋਇਆ ਹੈ। ਮਰੂ ਦੇਸ਼ ਜਿਮ ਸੁਰਤਰ ਹੋਵਾ, ਜਿਵੇਂ ਮਾਰੂ ਦੇਸ਼ ਵਿੱਚ ਜਿੱਥੇ ਸਾਧ ਸੰਗਤ ਜੀ ਘਾਹ ਵੀ ਨਹੀਂ ਉਗਦਾ, ਉਸ ਕਲਰ ਵਾਲੀ ਜ਼ਮੀਨ ਦੇ ਵਿੱਚ ਕਲਪ ਬਿਰਛ ਪੈਦਾ ਹੋ ਜਾਵੇ। ਜਿਮ ਕਾ ਕਨਕੇ ਕੋਕਲ ਜੋਗਾ, ਜਿਵੇਂ ਕਾਵਾਂ ਦੀ ਕੁੱਲ ਵਿੱਚ ਕੋਇਲ ਦਾ ਬੱਚਾ ਜੰਮ ਪਵੇ। ਬਕਨ ਬੰਸ ਕਲ ਹੰਸ ਉਪੰਨਾ, ਜਾਂ ਬਗਲਿਆਂ ਦੀ ਕੁੱਲ ਦੇ ਵਿੱਚ ਹੰਸ ਪੈਦਾ ਹੋ ਗਿਆ ਹੈ। ਦਾਰਾ ਸ਼ਿਕੋਹ ਕੋ ਖੁਦਾਇ ਦਰਵੇਸ਼ ਪ੍ਰਸੰਨਾ, ਕੋਈ ਮਹਾਂਪੁਰਸ਼ ਦੀ, ਕਿਸੇ ਦਰਵੇਸ਼ ਦੀ ਕਿਰਪਾ ਹੋਈ ਹੈ। ਸਾਈਂ ਮੀਆਂ ਮੀਰ ਜੀ ਦੀ ਅਤੇ ਸ਼ਰਮਦ ਦੀ ਬਹੁਤ ਵੱਡੀ ਕਿਰਪਾ ਦਾਰਾ ਸ਼ਿਕੋਹ ਤੇ ਹੋਈ ਹੈ। ਪਰਮਾਰਥ ਮਹਸ ਮਤ ਲਗਾਈ, ਔਰ ਇਹਨਾਂ ਮਹਾਂਪੁਰਸ਼ਾਂ ਦੀ ਸੰਗਤ ਕਰਕੇ ਦਾਰਾ ਸ਼ਿਕੋਹ ਦੀ ਬਿਰਤੀ ਪਰਮਾਰਥ ਵਿੱਚ ਜੁੜ ਗਈ ਹੈ। ਜੋ ਪਰਮ ਤਤ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਨਿਰੰਕਾਰ ਜੋਤੀ ਸਰੂਪ ਹੈ, ਜਿਹੜਾ ਪਰਮ ਅਰਥ, ਦੋ ਅਰਥ ਹੁੰਦੇ ਨੇ, ਇੱਕ ਸਵਾਰਥ ਹੁੰਦਾ, ਇੱਕ ਪਰਮਾਰਥ ਹੁੰਦਾ। ਸਵਾਰਥ ਹੁੰਦਾ ਹੈ ਦੁਨੀਆ ਦੇ ਸਰੀਰ ਦੇ ਸੁੱਖਾਂ ਨੂੰ ਲੋਚਣਾ, ਵੀ ਮੈਂ ਇਹ ਸਰੀਰ ਹਾਂ ਤੇ ਮੈਨੂੰ ਇਹ ਸਰੀਰ ਦੀਆਂ ਜਿਹੜੀਆਂ ਸਹੂਲਤਾਂ ਨੇ ਉਹ ਮਿਲਦੀਆਂ ਰਹਿਣੀਆਂ ਚਾਹੀਦੀਆਂ, ਬੈਨੀਫਿਟ ਲੈਣੇ ਸਰੀਰ ਵਾਸਤੇ, ਇਹ ਸਵਾਰਥ ਹੈ। ਆਤਮਾ ਦੇ ਵਾਸਤੇ ਕੁਝ ਕਰਨਾ ਇਹ ਪਰਮਾਰਥ ਹੈ। ਸੋ ਇਹਦੀ ਪਰਮਾਰਥ ਵਿੱਚ ਮੱਤ ਲੱਗੀ ਹੋਈ ਹੈ। ਇਹ ਜਾਣਨਾ ਚਾਹੁੰਦਾ ਹੈ ਉਸ ਪਰਮ ਤੱਤ ਪਰਮਾਤਮਾ ਨੂੰ, ਜਿਸ ਨੂੰ ਜਾਣਨ ਤੋਂ ਬਾਅਦ ਹੋਰ ਕੁਝ ਜਾਣਨ ਦੀ ਇੱਛਾ ਨਹੀਂ ਰਹਿੰਦੀ, ਜਿਸ ਨੂੰ ਜਾਣਨ ਤੋਂ ਬਾਅਦ ਸਾਰਾ ਕੁਝ ਜਾਣਿਆ ਜਾਂਦਾ ਹੈ, ਉਸ ਨੂੰ ਇਹ ਜਾਣਨਾ ਚਾਹੁੰਦਾ ਹੈ। ਜਨਮ ਮਰਨ ਕੀ ਖੁਆਇ ਦੁਚਤਾਈ, ਦੁਬਿਧਾ ਜਿਹੜੀ ਜਨਮ ਮਰਨ ਦੀ ਪਈ ਹੋਈ ਹੈ, ਬਾਰ-ਬਾਰ ਜੰਮਣਾ ਤੇ ਬਾਰ-ਬਾਰ ਮਰਨਾ, ਇਹ ਜੋ ਜੀਵ ਆਤਮਾ ਨੂੰ ਬੰਧਨ ਪਿਆ ਹੋਇਆ ਹੈ, ਇਸ ਬੰਧਨ ਨੂੰ ਇਹ ਕੱਟਣਾ ਚਾਹੁੰਦਾ ਹੈ। ਵਿਖਾ ਬਾਸ਼ਨਾ ਦੁਰਮਤ ਨਾਸ਼ੀ, ਔਰ ਜਿਹੜੀ ਵਿਸ਼ਿਆਂ ਦੀ ਬਾਸ਼ਨਾ ਹੈ ਉਹ ਇਹਦੀ ਖਤਮ ਹੋ ਚੁੱਕੀ ਹੈ। ਖੋਟੀ ਮਤ ਜਿਹੜੀ ਹੈ ਉਹ ਦੂਰ ਹੋ ਚੁੱਕੀ ਹੈ। ਸਾਧ ਸੰਗਤ ਜੀ, ਜੀਵ ਦੇ ਅੰਦਰ ਤਿੰਨ ਤਰ੍ਹਾਂ ਦਾ ਦੋਸ਼ ਹੁੰਦਾ ਹੈ, ਇੱਕ ਮਲ, ਇੱਕ ਵਿਖਸ਼ੇਪ, ਇੱਕ ਆਵਰਨ। ਪਾਪਾਂ ਦੀ ਜਨਮਾਂ ਜਨਮਾਂਤਰਾਂ ਦੀ ਮੈਲ ਇਕੱਠੀ ਹੋਈ ਹੈ, ਉਸ ਨੂੰ ਮਲ ਕਹਿੰਦੇ ਆ।
ਉਹਦਾ ਗੁਰੂ ਘਰ 'ਚ ਸੇਵਾ ਕਰਨ ਨਾਲ, ਭਾਂਡੇ ਮਾਂਜਣ ਨਾਲ, ਝਾੜੂ ਫੇਰਨ ਨਾਲ, ਜੋੜੇ ਝਾੜਨ ਨਾਲ, ਗੁਰਸਿੱਖਾਂ ਸੰਤਾਂ ਮਹਾਂਪੁਰਸ਼ਾਂ ਦੀ ਸੇਵਾ ਕਰਨ ਨਾਲ ਦੂਰ ਹੁੰਦੀ ਹੈ। ਵਿਕਸ਼ੇਪ ਕਹਿੰਦੇ ਮਨ ਦੀ ਹਲਚਲ, ਜਿਹੜਾ ਮਨ ਟਿਕਦਾ ਨਹੀਂ ਉਸ ਨੂੰ ਵਿਕਸ਼ੇਪ ਕਹਿੰਦੇ ਆ। ਮਨ ਦੀ ਹਲਚਲ ਪਰਮੇਸ਼ਰ ਦੀ ਭਗਤੀ ਕਰਨ ਨਾਲ, ਨਾਮ ਜਪਣ ਨਾਲ, ਕੀਰਤਨ ਸੁਣਨ ਨਾਲ, ਕਥਾ ਸੁਣਨ ਨਾਲ, ਸੰਤਾਂ ਮਹਾਂਪੁਰਸ਼ਾਂ ਦਾ ਇਤਿਹਾਸ ਸੁਣਨ ਨਾਲ ਦੂਰ ਹੋ ਜਾਂਦੀ ਹੈ। ਸ਼ਰਧਾ ਭਾਵਨਾ ਨਾਲ ਮਨ ਟਿਕ ਜਾਂਦਾ ਹੈ। ਹੁਣ ਰਹਿ ਗਿਆ ਆਵਰਣ। ਆਵਰਣ ਕਹਿੰਦੇ ਨੇ ਪਰਦੇ ਨੂੰ, ਜਿਹੜਾ ਆਤਮਾ ਤੇ ਪਰਮਾਤਮਾ ਦੇ ਵਿੱਚ ਭੇਦ ਜਾਪਦਾ ਹੈ, ਮੈਂ ਔਰ ਤੂੰ ਦਾ ਜੋ ਫਰਕ ਜਾਪਦਾ ਹੈ, ਉਸ ਨੂੰ ਪਰਦਾ ਕਹਿੰਦੇ, ਆਵਰਣ ਕਹਿੰਦੇ। ਉਹ ਪਰਦਾ, ਉਹ ਆਵਰਣ ਦੂਰ ਹੁੰਦਾ ਹੈ ਗੁਰੂ ਦੀ ਕਿਰਪਾ ਨਾਲ। ਜਦੋਂ ਗੁਰੂ ਕਿਰਪਾ ਕਰਕੇ ਆਤਮ ਗਿਆਨ ਦਿੰਦੇ ਹਨ, ਬ੍ਰਹਮ ਗਿਆਨ ਦਿੰਦੇ ਹਨ, ਉਸ ਵੇਲੇ ਉਹ ਪਰਦਾ ਦੂਰ ਹੁੰਦਾ ਹੈ। ਸੋ ਇਹਦਾ ਮਲ ਵੀ ਦੂਰ ਹੋ ਚੁੱਕਾ ਸੀ, ਵਿਕਸ਼ੇਪ ਵੀ ਦੂਰ ਹੋ ਚੁੱਕਾ ਸੀ। ਜਿਹੜਾ ਆਵਰਣ ਸੀ ਉਹ ਗੁਰੂ ਸਾਹਿਬ ਜੀ ਦੂਰ ਕਰਨ ਲੱਗੇ ਹਨ। ਕਰੀ ਨਿਕੰਦ ਸ਼ਰਾ ਗਰ ਫਾਸੀ। ਉਹ ਦੇਖੋ, ਇਸ ਨੇ ਜਿਹੜੀ ਸ਼ਰ੍ਹਾ ਦੀ ਫਾਈ ਸੀ ਉਹ ਵੀ ਗਲੋਂ ਕੱਟੀ ਹੋਈ ਹੈ। ਸ਼ਰ੍ਹਾ ਸਾਧ ਸੰਗਤ ਜੀ ਇਸਲਾਮ ਦੀ ਜੋ ਹੈ ਉਹ ਸਾਰੇ ਧਰਮਾਂ ਦੀ ਹੁੰਦੀ ਹੈ, ਹਿੰਦੂਆਂ ਦੀ, ਮੁਸਲਮਾਨਾਂ ਦੀ, ਸਿੱਖਾਂ ਦੀ, ਈਸਾਈਆਂ ਦੀ, ਸਾਰਿਆਂ ਦੀ ਸ਼ਰ੍ਹਾ ਹੁੰਦੀ ਹੈ। ਮੁਸਲਮਾਨ ਸ਼ਰ੍ਹਾ ਕਹਿੰਦੇ ਹਨ, ਸਿੱਖ ਰਹਿਤ ਮਰਿਆਦਾ ਕਹਿੰਦੇ ਹਨ, ਹਿੰਦੂ ਉਸ ਨੂੰ ਕਰਮ ਕਾਂਡ ਕਹਿੰਦੇ ਹਨ। ਤੇ ਇਸੇ ਤਰ੍ਹਾਂ ਸਾਰੇ ਧਰਮਾਂ ਦੀ ਜੋ ਮਰਜ਼ਾਦਾ ਹੁੰਦੀ ਹੈ, ਹੁੰਦੀ ਤਾਂ ਚੰਗੇ ਵਾਸਤੇ ਹੈ, ਅੱਗੇ ਜਾਣ ਵਾਸਤੇ, ਪਰ ਕਈ ਲੋਕ ਉਸੇ ਮਰਿਆਦਾ ਨੂੰ ਫੜ ਕੇ ਬੈਠੇ ਰਹਿੰਦੇ ਆ। ਜਿਵੇਂ ਪੌੜੀ ਤੇ ਉੱਪਰ ਚੁਬਾਰੇ ਚੜ੍ਹਨਾ ਹੋਵੇ, ਪੌੜੀ ਦੇ ਰਾਹੀਂ ਜਾਈਦਾ ਹੈ, ਪਰ ਜੇ ਸਾਰੀ ਉਮਰ ਹੀ ਪੌੜੀ 'ਚ ਖੜਾ ਰਹੇ, ਕੋਈ ਉੱਪਰ ਜਾਵੇ ਹੀ ਨਾ, ਉਹਨੂੰ ਕੀ ਕਹੋਗੇ? ਸਾਧ ਸੰਗਤ ਜੀ ਬਹੁਤੇ ਲੋਕ ਸਾਰੀ ਉਮਰ ਪੌੜੀ ਨੂੰ ਹੀ ਜੱਫਾ ਪਾ ਲੈਂਦੇ ਆ, ਉਹਨੂੰ ਹੀ ਮੰਜ਼ਿਲ ਸਮਝ ਲੈਂਦੇ, ਉੱਪਰ ਜਾਂਦੇ ਹੀ ਨਹੀਂ। ਉਹ ਜਿਹੜਾ ਸੀ ਦਾਰਾ ਸ਼ਿਕੋ, ਉਹ ਸ਼ਰ੍ਹਾ ਦੀਆਂ ਪੌੜੀਆਂ ਟੱਪ ਗਿਆ ਸੀਗਾ, ਉੱਪਰ ਲੰਘ ਗਿਆ ਸੀ, ਭਾਵ ਉਹਨੇ ਸ਼ਰ੍ਹਾ ਦੀ ਫਾਹੀ ਕੱਟ ਦਿੱਤੀ ਸੀ। ਉਤਮ ਪੰਥ ਚਲਨ ਚਿਤ ਚਾਹਿਆ। ਉਹਦਾ ਮਾਰਗ ਸਹੀ ਮਾਰਗ ਤੇ ਮਨ ਤੁਰ ਰਿਹਾ ਸੀ, ਸੁਰਤੀ ਕੇ ਮਾਰਗ ਚੱਲ ਕੇ। ਸੁਰਤੀ ਦੇ ਰਾਹ ਤੇ ਜਿਹੜਾ ਅਧਿਆਤਮਕ ਦਾ ਰਸਤਾ ਹੈ, ਸਪਿਰਚੁਅਲ ਰਸਤਾ ਹੈ, ਉਹਦੇ ਤੇ ਚੱਲਣਾ ਚਾਹੁੰਦਾ ਸੀ। ਪੂਰਬ ਵੱਡ ਭਾਗਨ ਤੇ ਲਹਿਆ। ਪੂਰਬ ਦੇ ਕਰਮ ਚੰਗੇ ਸਨ, ਭਾਗ ਚੰਗੇ ਸਨ, ਵੱਡੇ ਭਾਗਾਂ ਨਾਲ ਹੀ ਪਰਮਾਰਥ ਦਾ ਰਸਤਾ ਮਿਲਦਾ ਹੈ। ਜਿਹੜੀ ਬਹੁਤ ਭਗਤੀ ਕੀਤੀ ਹੋਵੇ ਨਾ ਕੋਈ ਪਿਛਲੇ ਜਨਮਾਂ ਵਿੱਚ, ਤਾਂ ਬੰਦੇ ਦੇ ਅੰਦਰ ਇਹ ਜਗਿਆਸਾ ਪੈਦਾ ਹੁੰਦੀ ਹੈ ਕਿ ਮੈਂ ਕੌਣ ਹਾਂ ਤੇ ਮੈਂ ਕਿੱਥੋਂ ਆਇਆ ਤੇ ਮੈਂ ਕਿੱਥੇ ਜਾਣਾ। ਇਹ ਕੁਐਸਚਨ ਉੱਠਦਾ ਹੈ। ਇਹ ਤਾਂ ਉੱਠਦਾ ਜੇ ਪਹਿਲਾਂ ਕੋਈ ਹਿਰਦਾ ਸਾਫ਼ ਹੋਵੇ, ਸ਼ੁੱਧ ਹੋਵੇ। ਫਿਰ ਜਦੋਂ ਇਹ ਸਵਾਲ ਲੈ ਕੇ ਗੁਰੂ ਕੋਲ ਜਾਈਏ ਤੇ ਫਿਰ ਗੁਰੂ ਨੂੰ ਪੁੱਛੀਏ, ਕਹਾਂ ਤੇ ਆਵੇ, ਕਹਾਂ ਇਹ ਜਾਵੇ, ਕਹਾਂ ਇਹ ਰਹਿ ਸਮਾਈ। हे ਮਹਾਰਾਜ ਦੱਸੋ, ਇਹ ਆਤਮਾ ਕੀ ਹੈ, ਕਿੱਥੋਂ ਆਈ ਹੈ, ਕਿੱਥੇ ਜਾਣੀ ਹੈ, ਕੌਣ ਹੈ? ਫਿਰ ਗੁਰੂ ਦੱਸਦੇ ਹਨ। ਸੋ ਦਾਰਾ ਸ਼ਿਕੋ ਉਸ ਅਵਸਥਾ 'ਚ ਪਹੁੰਚਿਆ ਹੋਇਆ ਸੀ, ਪੂਰਨ ਜਗਿਆਸੂ ਸੀ, ਗਿਆਨੀ ਪੁਰਸ਼ ਸੀ। ਸਤਿਗੁਰੂ ਜੀ ਨੇ ਜਾਣ ਲਿਆ ਹੈ। ਭੋਗਨ ਰਾਜ ਸਮਾਜ ਵਿਸਾਲ। ਦੇਖੋ ਇਸ ਬੰਦੇ ਕੋਲ ਕਿੰਨਾ ਰਾਜ, ਹਿੰਦੁਸਤਾਨ ਦਾ ਰਾਜ ਭਾਗ ਹੈ। ਇਹਦੇ ਕੋਲ ਖਾਣ ਪੀਣ ਦੀ ਕੋਈ ਕਮੀ ਨਹੀਂ, ਸੁੰਦਰ ਸੁੰਦਰ ਇਸਤਰੀਆਂ ਹਨ, ਸੋਹਣੇ ਸੋਹਣੇ ਮਹਿਲ ਹਨ, ਹਾਥੀ ਘੋੜੇ ਹਨ, ਲਾਓ ਲਸ਼ਕਰ, ਸਾਰਾ ਕੁਝ ਹੁੰਦਿਆਂ ਵੀ ਮਨ ਬੈਰਾਗੀ ਹੋ ਗਿਆ ਹੈ। ਇਸਤਰੀ ਆਦਿ ਵਿਸ਼ਿਆਂ ਜੰਜਾਲ। ਜਿਹੜੇ ਵਿਸ਼ਿਆਂ ਦੇ ਵਿਕਾਰਾਂ ਦੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਜੰਜਾਲ ਹਨ। ਸੁੰਦਰ ਇਸਤਰੀ ਹੋਵੇ, ਸੋਹਣੇ ਮਹਿਲ ਮਾੜੀਆਂ ਹੋਣ, ਇਹ ਜਿਹੜੀ ਬਿਰਤੀ ਉਹਦੀ ਬਣੀ ਨਹੀਂ। ਜੇ ਮਨ 'ਚ ਕਦੀ ਖਿਆਲ ਆਇਆ ਵੀ ਹੋਵੇ ਜਵਾਨੀ ਵੇਲੇ, ਤਾਂ ਸੰਤਾਂ ਦੀ ਸੰਗਤ ਕਰਕੇ ਦੂਰ ਹੋ ਚੁੱਕਾ ਹੈ। ਨਾਸ਼ਵੰਤ ਇਹ ਕੇਤਕ ਦਿਨ ਕੇ। ਉਸ ਦਾਰਾ ਸ਼ਿਕੋ ਨੂੰ ਇਹ ਸਮਝ ਆ ਗਈ ਵੀ ਭਾਵੇਂ ਸੁੰਦਰ ਇਸਤਰੀ ਹੈ ਤੇ ਭਾਵੇਂ ਸੋਹਣੇ ਮਕਾਨ ਹਨ, ਭਾਵੇਂ ਰਾਜ ਭਾਗ ਹੈ, ਭਾਵੇਂ ਹਾਥੀ ਘੋੜੇ ਹਨ, ਇਹਦਾ ਕੁਝ ਦਿਨ ਦਾ ਤਮਾਸ਼ਾ ਹੈ। ਥੋੜੇ ਦਿਨ ਹਾਥੀਆਂ ਘੋੜਿਆਂ ਦੀ ਸੈਰ ਕਰ ਲਓ, ਥੋੜੇ ਦਿਨ ਰਾਜ ਭਾਗ ਕਰ ਲਓ, ਸੁੰਦਰ ਇਸਤਰੀਆਂ ਦਾ ਸੰਗ ਕਰ ਲਓ, ਅਖੀਰ ਤਾਂ ਸਭ ਛੱਡ ਕੇ ਜਾਣਾ। ਜੇ ਲੱਖ ਇਸਤਰੀਆਂ ਭੋਗ ਕਰੈ, ਨਵ ਖੰਡ ਰਾਜ ਕਮਾਹੇ, ਬਿਨ ਹਰ ਸੇਵਾ ਸੁਖ ਨਹੀਂ, ਹੋ ਸਾਖਤ ਆਵਹਿ ਜਾਏ। ਮਹਾਰਾਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਵੀ ਜੇ ਲੱਖਾਂ ਹੀ ਇਸਤਰੀਆਂ ਦੇ ਸੁੱਖ ਭੋਗੇ ਹੋਣ,
ਲੱਖਾਂ ਹੀ ਹਾਥੀ ਘੋੜੇ ਹੋਣ, 9 ਖੰਡਾਂ ਦਾ ਰਾਜ ਵੀ ਹੋਵੇ, ਬੰਦੇ ਦੇ ਮਨ ਨੂੰ ਸੁੱਖ ਨਹੀਂ ਮਿਲਦਾ ਜਿੰਨਾ ਚਿਰ ਉਹ ਨਾਮ ਨਹੀਂ ਜਪਦਾ। ਬਿਨਾਂ ਨਾਮ ਦੇ ਮਨ ਨੂੰ ਸ਼ਾਂਤੀ ਨਹੀਂ ਆਉਂਦੀ। ਛਿਨ ਭੰਗਰ ਜਿਮ ਓਸਨ ਕਨਕੇ। ਆਹਾ, ਇਹ ਸਾਰੀਆਂ ਚੀਜ਼ਾਂ ਛਿਣ ਭੰਗਰ ਹਨ। ਜਿਵੇਂ ਓਸ ਪੈਂਦੀ ਹੈ, ਸਨੋ ਪੈਂਦੀ ਹੈ, ਤੇ ਉਹਦੇ ਥੋੜ੍ਹੇ ਥੋੜ੍ਹੇ ਕਣਕੇ ਜੇ ਉਹ ਆਪਾਂ ਦੇਖਦੇ ਹਾਂ ਵੀ ਪੱਤਿਆਂ ਉੱਤੇ ਓਸ ਜਿਹੜੇ ਜੰਮ ਜਾਂਦੀ ਹੈ, ਥੋੜ੍ਹੇ ਚਿਰ ਬਾਅਦ ਢਲ ਜਾਂਦੀ, ਹਮੇਸ਼ਾ ਤਾਂ ਨਹੀਂ ਰਹਿੰਦੀ। ਇਸੇ ਤਰ੍ਹਾਂ ਦੁਨੀਆ ਦੀ ਸਾਰੀ ਸੁੱਖ ਸੁਵਿਧਾ, ਹਾਥੀ ਘੋੜੇ, ਗੱਡੀਆਂ ਕਾਰਾਂ, ਮਹਿਲ ਮਾੜੀਆਂ, ਸੁੰਦਰ ਇਸਤਰੀਆਂ, ਜਵਾਨੀ, ਸਭ ਕੁਝ ਚਲਾ ਜਾਂਦਾ, ਬਦਲ ਜਾਂਦਾ। ਕੁਛ ਦਿਨ ਦਾ ਤਮਾਸ਼ਾ ਹੈ। 10ਵੇਂ ਪਾਤਸ਼ਾਹ ਸਾਹਿਬ ਕਲਗੀਧਰ ਜੀ ਵੀ ਫਰਮਾਉਂਦੇ, ਧਨ ਜੋਬਨ ਦਿਨ 4 ਪਹੁਨੋ ਜਾਨੀਏ। ਧਨ ਜੋਬਨ ਇਹ 4 ਦਿਨ ਦੇ ਪ੍ਰਾਹੁਣੇ ਹਨ। ਪ੍ਰਾਹੁਣਾ ਆਉਂਦਾ ਨਾ, ਜਿਵੇਂ ਕਿਸੇ ਦੇ ਘਰ 2-4 ਦਿਨ ਰਹਿ ਕੇ ਚਲਾ ਜਾਂਦਾ, ਹਮੇਸ਼ਾ ਤਾਂ ਨਹੀਂ ਰਹਿੰਦਾ। ਜਵਾਨੀ ਆਈ ਹੈ, ਚਲੀ ਜਾਏਗੀ। ਧਨ ਪਦਾਰਥ ਆਇਆ ਹੈ, ਚਲਾ ਜਾਏਗਾ। ਰਿਸ਼ਤੇਦਾਰ ਸੱਜਣ ਮਿੱਤਰ ਮਿਲੇ ਹਨ, ਵਿਛੜ ਜਾਣਗੇ, ਕੋਈ ਵੀ ਸਦਾ ਨਾਲ ਰਿਹਾ ਹੀ ਨਹੀਂ। ਹਾਂਜੀ, ਫਸ ਫਸ ਇਨ ਮਹਿ ਕਸ਼ਟ ਲਹੰਤੇ। ਜੀਵ ਇਹਨਾਂ 'ਚ ਫਸ ਕੇ ਦੁਖੀ ਹੁੰਦੇ ਹਨ। ਆਪਾਂ ਸਾਰੇ ਦੁਖੀ ਕਿਉਂ ਆ? ਜੇ ਕੋਈ ਸਾਨੂੰ ਪੁੱਛੇ, ਅਸੀਂ ਕਹਾਂਗੇ ਜੀ ਦੁਖੀ ਤਾਂ ਬੜੇ ਆ, ਪਰ ਅਸੀਂ ਕਿਉਂ ਦੁਖੀ ਆ ਇਹ ਕੋਈ ਮਹਾਂਪੁਰਸ਼ ਹੀ ਦੱਸ ਸਕਦਾ, ਸਾਨੂੰ ਪਤਾ ਹੀ ਨਹੀਂ। ਅਸਲ ਦੁੱਖ ਦਾ ਕਾਰਨ ਮੋਹ ਹੀ ਹੈ। ਭਾਵੇਂ ਉਹ ਮੋਹ ਆਪਣੀ ਪਤਨੀ ਨਾਲ ਹੈ, ਭਾਵੇਂ ਆਪਣੇ ਬੱਚਿਆਂ ਨਾਲ ਹੈ, ਭਾਵੇਂ ਮਾਂ ਪਿਓ ਨਾਲ ਹੈ, ਭੈਣ ਭਰਾ ਨਾਲ ਹੈ, ਭਾਵੇਂ ਉਹ ਮੋਹ ਆਪਣੇ ਸਰੀਰ ਨਾਲ ਹੈ, ਭਾਵੇਂ ਘਰ ਦੇ ਪਏ ਹੋਏ ਸਮਾਨ ਨਾਲ ਹੈ, ਗੱਡੀ ਨਾਲ ਹੈ, ਕਾਰ ਨਾਲ ਹੈ, ਬੈਂਕ ਪ੍ਰੋਪਰਟੀ ਜਿੰਨੀ ਵੀ ਉਹਦੇ ਨਾਲ ਸਾਡਾ ਮੋਹ, ਉਹ ਦੁੱਖ ਦੇ ਰਿਹਾ। ਜਦੋਂ ਮੋਹ ਛੱਡ ਦਿਆਂਗੇ ਉਦੋਂ ਸੁਖੀ ਹੋ ਜਾਵਾਂਗੇ। ਹਾਂਜੀ, ਸਤਿ ਨਾਮ ਕੋ ਨਹਿ ਸਿਮਰੰਤੇ। ਇਹ ਜੀਵ ਦੁਖੀ ਹੁੰਦਾ ਰਹਿੰਦਾ ਹੈ ਹਰ ਵੇਲੇ ਮੋਹ ਕਰਕੇ। ਉਹਨਾਂ ਚੀਜ਼ਾਂ ਨੂੰ ਜਿਹਨਾਂ ਨੇ ਦੁੱਖ ਦੇਣਾ ਉਹਨਾਂ ਨੂੰ ਜੱਫੀ ਪਾ ਲੈਂਦਾ ਹੈ। ਸਿਮਰਨ ਨਹੀਂ ਕਰਦਾ, ਵਾਹਿਗੁਰੂ ਦਾ ਨਾਮ ਨਹੀਂ ਜਪਦਾ, ਗੁਰਬਾਣੀ ਨਹੀਂ ਪੜ੍ਹਦਾ, ਫਿਰ ਦੁਖੀ ਹੁੰਦਾ ਹੈ। ਸਾਧ ਸਾਧਿਆਂ ਤੇ ਮਤ ਤੇਰੀ। ਮਹਾਰਾਜ ਸਾਹਿਬ ਕਹਿੰਦੇ, ਦਾਰਾ ਸ਼ਿਕੋ ਸ਼ਾਬਾਸ਼ ਹੈ ਤੈਨੂੰ, ਤੂੰ ਬਾਦਸ਼ਾਹ ਹੋ ਕੇ, ਹਿੰਦੁਸਤਾਨ ਦਾ ਮਾਲਕ ਹੋ ਕੇ ਵੀ ਇਸ ਮੋਹ ਮਾਇਆ ਤੋਂ ਨਿਕਲ ਗਿਆ ਹੈ। ਸ਼ਾਬਾਸ਼ ਹੈ, ਸਾਧ ਸਾਧ, ਸ਼ਾਬਾਸ਼ ਸ਼ਾਬਾਸ਼ ਹੈ ਤੈਨੂੰ ਭਾਈ। ਛੁੱਟਨ ਪਰਿਓ ਵਿਸ਼ਯਨ ਕੀ ਬੇਰੀ। ਤੂੰ ਵਿਸ਼ੇ ਵਿਕਾਰਾਂ ਦੀ ਬੇੜੀ 'ਚ ਛੁੱਟ ਗਿਆ ਹੈ। ਇਹਦੇ 'ਚੋਂ ਨਿਕਲਣਾ ਬੜਾ ਔਖਾ ਹੈ। ਐਸਾ ਇਹ ਚਿੱਕੜ ਹੈ ਨਾ, ਪੰਖ ਜੋ ਮੋਹ ਪਗ ਨਹੀਂ ਚੱਲੈ, ਹਮ ਦੇਖਾ ਤੈ ਡੂਬੀ ਹਲੇ। ਰੋਜ਼ ਪੜ੍ਹਦੇ ਰਹਿ ਰਾਸ ਵਿੱਚ ਪੰਕਤੀ, ਪਰ ਇਹਦਾ ਬੜਾ ਗਹਿਰਾ ਅਰਥ ਹੈ। ਸਾਡੀ ਜ਼ਿੰਦਗੀ ਦਾ ਸਾਰਾ ਹੀ ਫਲਸਫਾ ਇਹਦੇ ਵਿੱਚ ਆ ਗਿਆ। ਜਿੱਥੇ ਅਸੀਂ ਖੜੇ ਹਾਂ, ਪੰਖ ਜੋ ਮੋਹ, ਪੰਖ ਮੈਂ ਕਹਿੰਦੇ ਚਿੱਕੜ ਨੂੰ, ਜੋ ਮੋਹ ਰੂਪੀ ਚਿੱਕੜ ਹੈ, ਪੱਗ ਨਹੀਂ ਚੱਲਦਾ, ਉਹਦੇ ਵਿੱਚ ਕਦਮ ਅੱਗੇ ਵੱਧਦਾ ਹੀ ਨਹੀਂ। ਜਿਵੇਂ ਕੋਈ ਚਿੱਕੜ 'ਚ ਦਲਦਲ 'ਚ ਫਸਿਆ ਹੋਵੇ, ਇੱਕ ਕਦਮ ਪੁੱਟੇਗਾ ਤੇ ਦੂਜਾ ਕਦਮ ਪੁੱਟਣ ਲੱਗੇਗਾ ਤੇ ਪਹਿਲਾ ਕਦਮ ਥੱਲੇ ਹੋਰ ਧੱਸ ਜਾਏਗਾ, ਉਹ ਧੱਸਦਾ ਹੀ ਜਾਂਦਾ। ਅਸੀਂ ਸਾਧ ਸੰਗਤ ਜੀ ਇਸ ਚਿੱਕੜ 'ਚ ਫਸੇ ਹੋਏ ਹਾਂ, ਮੋਹ ਦੇ ਚਿੱਕੜ 'ਚ। ਪੈਰ ਅੱਗੇ ਨਹੀਂ ਵੱਧਦੇ, ਪਰਮਾਰਥ ਵਾਲੇ ਪਾਸੇ ਜਾ ਨਹੀਂ ਸਕਦੇ। ਧਨ ਹੁੰਦੇ ਨੇ ਉਹ ਬੰਦੇ ਜਿਨ੍ਹਾਂ ਨੇ ਮੋਹ ਦੇ ਚਿੱਕੜ 'ਚੋਂ ਆਪਣੇ ਆਪ ਨੂੰ ਕੱਢ ਲਿਆ ਹੁੰਦਾ। ਹਾਂਜੀ, ਬ੍ਰਹਮ ਆਤਮਾ ਮੈਂ ਥਿਤ ਚਾਹਤ। ਜਿਹੜੇ ਆਪਣੇ ਆਪ ਨੂੰ ਬ੍ਰਹਮ ਰੂਪ ਜਾਣ ਲੈਂਦੇ, ਆਤਮਾ ਵਿੱਚ ਆਪਣੀ ਸਥਿਤੀ ਕਰ ਲੈਂਦੇ ਆ। ਇਹ ਮਨ ਜਿਹੜਾ ਹੈ, ਇਹ ਸਾਧ ਸੰਗਤ ਜੀ ਪਦਾਰਥਾਂ ਵੱਲ ਤਾਂ ਜਾਂਦਾ, ਦਿਸਣ ਵਾਲੀਆਂ ਚੀਜ਼ਾਂ ਵੱਲ ਜਾਂਦਾ, ਜਿਹੜੀਆਂ ਮਟੀਰੀਅਲ ਵਾਲੀਆਂ ਨੇ, ਅੱਖਾਂ ਨਾਲ ਦਿਸਦੀਆਂ ਨੇ, ਕੰਨਾਂ ਨਾਲ ਸੁਣਾਈ ਦਿੰਦੀਆਂ ਨੇ, ਨੱਕ ਨਾਲ ਸੁੰਘੀਆਂ ਜਾ ਸਕਦੀਆਂ ਨੇ, ਚਮੜੀ ਨਾਲ ਛੂਹੀਆਂ ਜਾ ਸਕਦੀਆਂ ਨੇ, ਜੀਭ ਨਾਲ ਚਖੀਆਂ ਜਾ ਸਕਦੀਆਂ। ਉਹਨਾਂ 5 ਗਿਆਨ ਇੰਦਰੀਆਂ ਦੁਆਰਾ ਅਸੀਂ ਉਹਨਾਂ ਪਦਾਰਥਾਂ ਨੂੰ ਦੇਖਦੇ ਹਾਂ, ਸੁਣਦੇ ਹਾਂ, ਸੁੰਘਦੇ ਹਾਂ, ਚਖਦੇ ਹਾਂ, ਸਪਰਸ਼ ਕਰਦੇ ਹਾਂ। ਉੱਧਰ ਬਿਰਤੀ ਸਾਰੀ ਉਮਰ ਉੱਥੇ ਲੱਗਦੀ ਹੈ। ਸਾਰੀ ਲਾਈਫ ਸਾਡੀ ਜਿਹੜੀ ਹੈ, ਉਹਨਾਂ 5 ਚੀਜ਼ਾਂ ਦੇ ਜਿਹੜੇ ਵਿਸ਼ੇ ਹਨ, ਅੱਖਾਂ ਦੇ ਵਿਸ਼ੇ ਹਨ, ਰੂਪ ਦੇ ਹਨ, ਕੰਨਾਂ ਦੇ ਆਵਾਜ਼ਾਂ ਹਨ, ਗਾਣੇ ਹਨ। ਇਸੇ ਤਰ੍ਹਾਂ ਨਿੰਦਾ ਚੁਗਲੀ ਹੈ, ਚਮੜੀ ਨੂੰ ਸਪਰਸ਼ ਚਾਹੀਦਾ, ਕੋਮਲ ਦਾ, ਮੁਲਾਇਮ ਦਾ, ਸੁੰਦਰ ਦਾ। ਇਸ ਤਰ੍ਹਾਂ ਬਸ ਉਹ ਸਾਰੀ ਜ਼ਿੰਦਗੀ ਉਹਨਾਂ ਵਿੱਚ ਲੰਘ ਜਾਂਦੀ ਹੈ। ਅਨੰਦ ਹੋਣ ਕੋ ਮਹਦ ਉਮਾਹਤ। ਤੇ ਉਹ ਬੰਦੇ ਧਨ ਹਨ ਜਿਹੜੇ ਇਹਨਾਂ 5 ਗਿਆਨ ਇੰਦਰੀਆਂ ਨੂੰ ਕੰਟਰੋਲ ਵਿੱਚ ਕਰਕੇ ਆਪਣੇ ਅੰਦਰ ਵਸਦੇ ਆਨੰਦ ਸਰੂਪ ਪਰਮਾਤਮਾ ਨੂੰ ਜਾਣਦੇ ਹਨ। ਕਿਉਂਕਿ ਜਿਹਦੇ ਆਸਰੇ ਤੇ ਆਨੰਦ ਆ ਰਿਹਾ ਹੈ, ਉਹਦਾ ਆਮ ਲੋਕਾਂ ਨੂੰ ਪਤਾ ਨਹੀਂ। ਕੁੱਤਾ ਨਾ
ਕਈ ਵਾਰੀ ਹੱਡੀ ਨੂੰ ਮੂੰਹ ਮਾਰਦਾ ਹੈ। ਕੁੱਤਾ ਹੱਡੀ ਪੁਰਾਣੀ ਕਿਤੇ ਹੱਡੀ ਮਿਲ ਜਾਵੇ ਉਹਨੂੰ ਦੰਦਾਂ ਥੱਲੇ ਚੱਬਣ ਲੱਗ ਜਾਂਦਾ, ਅਤੇ ਜਦੋਂ ਕੁੱਤਾ ਚੱਬਦਾ ਹੈ ਤਾਂ ਉਹਦੇ ਦੰਦਾਂ 'ਚੋਂ ਲਹੂ ਵਗਣ ਲੱਗ ਜਾਂਦਾ ਹੈ। ਅੱਛਾ, ਜਿਹੜਾ ਲਹੂ ਦਾ ਖੂਨ ਦਾ ਸਵਾਦ ਹੈ ਥੋੜ੍ਹਾ ਥੋੜ੍ਹਾ ਲੂਣ ਵਾਲਾ ਹੁੰਦਾ। ਉਹ ਜਦੋਂ ਲੂਣਾ ਜਿਹਾ ਲੱਗਦਾ ਹੈ ਉਹਨੂੰ ਇੱਦਾਂ ਲੱਗਦਾ ਵੀ ਇਹ ਸਵਾਦ ਮੈਨੂੰ ਹੱਡੀ 'ਚੋਂ ਆ ਰਿਹਾ। ਹਾਲਾਂਕਿ ਹੱਡੀ 'ਚੋਂ ਤਾਂ ਸਵਾਦ ਨਹੀਂ ਆ ਰਿਹਾ, ਹੱਡੀ ਤਾਂ ਪਤਾ ਨਹੀਂ ਕਦੋਂ ਦੀ ਪਈ ਹੈ। ਉਹਦੇ ਮੂੰਹ 'ਚੋਂ ਆਪਣੇ ਖੂਨ ਦਾ ਹੀ ਸਵਾਦ ਆਉਂਦਾ ਹੈ ਅਤੇ ਬੰਦਾ ਸਮਝਦਾ ਮੈਨੂੰ ਹੱਡੀ 'ਚੋਂ ਆ ਰਿਹਾ। ਅਸੀਂ ਵੀ ਸਮਝਦੇ ਹਾਂ ਵੀ ਮੈਨੂੰ ਸਵਾਦ ਇਸਤਰੀ 'ਚੋਂ ਆ ਰਿਹਾ, ਬੱਚਿਆਂ 'ਚੋਂ ਆ ਰਿਹਾ, ਦੋਸਤਾਂ ਮਿੱਤਰਾਂ 'ਚੋਂ ਆ ਰਿਹਾ, ਪੈਸੇ 'ਚੋਂ ਆ ਰਿਹਾ, ਗੱਡੀਆਂ ਕਾਰਾਂ 'ਚੋਂ ਆਨੰਦ ਆ ਰਿਹਾ। ਨਹੀਂ ਖਾਲਸਾ ਜੀ, ਸਵਾਦ ਤਾਂ ਆਤਮਾ ਦਾ ਆ ਰਿਹਾ ਹੈ। ਸ਼ਰਾਬ ਪੀਣ ਵਾਲਾ ਸਮਝਦਾ ਮੈਨੂੰ ਸ਼ਰਾਬ ਪੀ ਕੇ ਬੜਾ ਆਨੰਦ ਆਇਆ ਹੈ, ਪਰ ਜੇ ਸ਼ਰਾਬ ਦੇ ਵਿੱਚ ਨਸ਼ਾ ਹੁੰਦਾ ਤੇ ਜਿਹੜੀ ਕੱਚ ਦੀ ਬੋਤਲ ਹੈ ਉਹ ਠੇਕੇ 'ਚ ਪਈ ਹੀ ਓਟ ਪੋਟ ਹੋ ਕੇ ਡਿੱਗਦੀ। ਕਦੀ ਬੋਤਲ ਨੂੰ ਵੇਖਿਆ ਤੁਸੀਂ ਨੱਚਦੀ ਨੂੰ? ਜਦੋਂ ਉਹ ਬੰਦੇ ਦੇ ਅੰਦਰ ਜਾਂਦਾ ਹੈ ਤੇ ਬੰਦਾ ਭੰਗੜੇ ਪਾਉਣ ਲੱਗ ਜਾਂਦਾ, ਬੰਦਾ ਬੋਲਣ ਲੱਗ ਜਾਂਦਾ, ਬੰਦਾ ਗੱਲਾਂ ਕਰਨ ਲੱਗ ਜਾਂਦਾ। ਅਸਲ ਕੀ ਚੀਜ਼ ਹੈ ਕਿ ਜਿਹੜੀ ਆਤਮਾ ਹੈ ਨਾ, ਉਹੀ ਸਾਰਾ ਕੁਝ ਕਰ। ਆਨੰਦ ਦਾ ਸੋਮਾ ਆਤਮਾ ਹੀ ਹੈ। ਉਹਨੂੰ ਦੇਖਦਾ ਨਹੀਂ, ਬੋਤਲ ਵੱਲ ਦੇਖਦਾ ਹੈ, ਉਹਦੇ ਵਿੱਚ ਸਵਾਦ ਦੇਖਦਾ। ਉਲਟਾ ਹੋ ਰਿਹਾ ਹੈ। ਸੱਚੇ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਸਮਝਾ ਰਹੇ ਹਨ। ਤਿਹ ਸਾਧਨ ਸਾਧਤ ਸਭ ਭਾਂਤੀ। ਕਹਿੰਦੇ ਜਿਹੜੇ ਗਿਆਨੀ ਪੁਰਸ਼ ਹਨ ਉਹ ਆਪਣੀ ਆਤਮਾ ਦੇ ਆਨੰਦ ਨੂੰ ਸਮਝਣ ਦੇ ਲਈ ਸਾਰੇ ਸਾਧਨ ਕਰਦੇ ਹਨ। ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ, ਨਾਮ ਜਪਣਾ, ਗੁਰੂ ਘਰ 'ਚ ਜਾ ਕੇ ਕੀਰਤਨ ਕਥਾ ਸੁਣਨੀ, ਬਾਣੀ ਪੜ੍ਹਨੀ, ਸੇਵਾ ਕਰਨੀ, ਮਹਾਂਪੁਰਸ਼ਾਂ ਸੰਤਾਂ ਭਗਤਾਂ ਦੀ ਸੰਗਤ ਕਰਨੀ। ਕਾਹਦੇ ਵਾਸਤੇ ਹੈ? ਉਸ ਪਰਮਾਤਮ ਤੱਤ ਨੂੰ ਜਾਣਿਆ ਜਾਵੇ, ਜਿਸ ਨੂੰ ਜਾਣ ਕੇ ਪਤਾ ਲੱਗ ਜਾਵੇ ਕਿ ਅਸਲ ਚੀਜ਼ ਕੀ ਹੈ। ਉਸ ਤੋਂ ਬਿਨਾਂ ਬਾਕੀ ਜਿੰਨਾ ਕੁਝ ਬਾਹਰ ਦਾ, ਜਿੰਨੀ ਵੀ ਸਾਇੰਸ ਹੈ, ਜਿੰਨਾ ਵੀ ਗਿਆਨ ਹੈ। ਸਾਧ ਸੰਗਤ ਜੀ, ਅੱਜ ਇੱਕ ਲੜਾਈ ਚੱਲ ਰਹੀ ਹੈ। ਜਿਹੜੇ ਬੰਦੇ ਸਾਇੰਸ ਨੂੰ ਮੰਨਦੇ ਹਨ ਉਹ ਧਰਮ ਦੇ ਉੱਤੇ ਕਿੰਤੂ ਕਰਦੇ ਹਨ, ਜਿਹੜੇ ਧਰਮ ਨੂੰ ਮੰਨਦੇ ਨੇ ਉਹ ਸਾਇੰਸ ਦੇ ਉੱਤੇ ਕਿੰਤੂ ਕਰਦੇ ਹਨ। ਦੋਵੇਂ ਹੀ ਗਲਤ ਹਨ। ਸਾਇੰਸ ਆਪਣੀ ਥਾਂ 'ਤੇ ਠੀਕ ਹੈ। ਉਹ ਬਾਹਰਲੇ ਪਦਾਰਥਾਂ ਦਾ, ਜਿਹੜੇ ਪੰਜਾਂ ਗਿਆਨ ਇੰਦਰੀਆਂ ਦੁਆਰਾ ਜੋ ਦੇਖਿਆ, ਸੁਣਿਆ, ਸਪਰਸ਼ਿਆ ਜਾ ਸਕਦਾ ਹੈ, ਉਹਦੇ ਲਈ ਸਾਇੰਸ ਕੰਮ ਕਰ ਸਕਦੀ ਹੈ। ਸਾਇੰਸ ਨੇ ਮਨੁੱਖਤਾ ਨੂੰ ਬੜਾ ਕੁਝ ਦਿੱਤਾ। ਗੱਡੀਆਂ, ਕਾਰਾਂ, ਹਵਾਈ ਜਹਾਜ਼, ਇੰਟਰਨੈਟ ਸਿਸਟਮ ਸਾਨੂੰ ਦਿੱਤਾ। ਆਹ ਸਪੀਕਰ ਲੱਗੇ ਗੁਰਦੁਆਰਿਆਂ 'ਚ, ਕੀਰਤਨ ਕਥਾ ਹੋ ਰਹੀ ਹੈ, ਸਾਇੰਸ ਦੀ ਦੇਣ ਹੈ। ਇਹ ਆਪਣੀ ਥਾਂ 'ਤੇ ਮਹੱਤਵਪੂਰਨ, ਇਹਦੀ ਨਿੰਦਾ ਨਹੀਂ ਕਰਨੀ ਚਾਹੀਦੀ। ਪਰ ਇਸ ਤੋਂ ਪਰੇ ਕੁਛ ਹੈ ਜਿਹੜਾ ਪੰਜਾਂ ਗਿਆਨ ਇੰਦਰੀਆਂ ਦੁਆਰਾ, ਸਾਇੰਸ ਦੁਆਰਾ ਨਹੀਂ ਦੇਖਿਆ ਜਾ ਸਕਦਾ। ਉਹ ਅੰਦਰਲਾ ਹੈ। ਉਹ ਗੁਰੂ ਦੇ ਸ਼ਬਦ ਦੁਆਰਾ, ਸਤਿਗੁਰ ਸ਼ਬਦ ਉਜਾਰੋ ਦੀਪਾ, ਸ਼ਬਦ ਦਾ ਦੀਵਾ ਬਲੇਗਾ। ਬਿਨ ਸਿਓ ਅੰਧਕਾਰ ਤੇ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ। ਉਹ ਗੁਰੂ ਦਾ ਹੈ। ਦੋਵਾਂ ਨੂੰ ਇੱਕ ਦੂਜੀ ਦੀ ਵਿਰੋਧਤਾ ਨਹੀਂ ਕਰਨੀ ਚਾਹੀਦੀ, ਨਾ ਸਾਇੰਸ ਵਾਲਿਆਂ ਨੂੰ, ਕਿਉਂਕਿ ਇਸ ਚੀਜ਼ ਦਾ ਸਾਇੰਸ ਵਾਲਿਆਂ ਨੂੰ ਪਤਾ ਨਹੀਂ ਲੱਗ ਸਕਦਾ। ਅਤੇ ਜਿਹੜੇ ਇਸ ਪਾਸੇ ਆ ਗਏ ਨੇ, ਉਹ ਸਾਇੰਸ ਦੀਆਂ ਕਾਢਾਂ, ਉਹਨਾਂ ਵਾਸਤੇ ਕੋਈ ਵੈਲਿਊ ਨਹੀਂ ਰਹਿ ਜਾਂਦੀ, ਕਿਉਂਕਿ ਉਹਦੇ ਪਰਮ ਤੱਤ ਤੇ ਸੰਤੋਂ ਮਾਖਣ ਖਾਇਆ, ਛਾਛ ਪੀਆ ਸੰਸਾਰ। ਦੁਨੀਆ ਲੱਸੀ ਪੀਂਦੀ ਪੀਵੇ, ਸੰਤਾਂ ਨੇ ਤੇ ਮੱਖਣ ਖਾ ਲਿਆ। ਉਹ ਮੱਖਣ ਆਤਮ ਗਿਆਨ ਦਾ ਹੈ। ਸਤਿਗੁਰੂ ਹਰਿਰਾਏ ਸਾਹਿਬ ਕਹਿੰਦੇ, ਜਿਸ ਨੂੰ ਜਾਣਨ ਤੋਂ ਬਾਅਦ ਹੋਰ ਕੁਝ ਜਾਣਨਾ ਬਾਕੀ ਨਹੀਂ ਰਹਿੰਦਾ, ਦਾਰਾ ਸ਼ਿਕੋ, ਤੂੰ ਉਸ ਨੂੰ ਜਾਣਨਾ ਚਾਹੁੰਦਾ ਹੈ। ਜਿਸ ਤੇ ਪਰੇ ਅਪਰ ਨਹਿ ਬਾਤੀ। ਉਸ ਤੋਂ ਪਰੇ ਕੋਈ ਬਾਤ ਹੀ ਨਹੀਂ ਹੈ। ਉਸ ਤੋਂ ਉਹ ਅਪਰੰਪਾਰ ਹੈ, ਪਾਰ ਬ੍ਰਹਮ ਸ਼ਬਦ ਆਉਂਦਾ ਗੁਰਬਾਣੀ 'ਚ, ਪਾਰ ਬ੍ਰਹਮ ਪਰਮੇਸ਼ਰ। ਪਾਰ ਬ੍ਰਹਮ ਦਾ ਮਤਲਬ ਕੀ ਹੈ? ਪਰਲੇ ਪਾਸੇ। ਜਿਵੇਂ ਆਪਾਂ ਨਦੀ ਦੇ ਉਰਲੇ ਪਾਸੇ ਖੜੇ ਹੋਈਏ, ਸਮੁੰਦਰ ਦੇ ਉਰਲੇ ਪਾਸੇ, ਤੇ ਪਰਲੇ ਪਾਸੇ ਜਾਣਾ। ਹੁਣ ਪਰਲੇ ਪਾਸੇ ਜਾਣ ਲਈ ਕੋਈ ਜਹਾਜ਼ ਚਾਹੀਦਾ, ਕੋਈ ਬੇੜਾ ਚਾਹੀਦਾ, ਕੋਈ ਨਾਵ ਚਾਹੀਦੀ ਹੈ, ਕਿਸ਼ਤੀ, ਬੋਟ, ਤਾਂ ਹੀ ਪਾਰ ਜਾਵਾਂਗੇ। ਉਹ ਪਰਲੇ ਪਾਸੇ ਜਾਣ ਲਈ ਗੁਰੂ ਦਾ ਸ਼ਬਦ ਹੈ, ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ। ਜਦੋਂ ਪਾਰ ਜਾਓਗੇ ਤੇ ਬ੍ਰਹਮ, ਪਾਰ ਬ੍ਰਹਮ ਜੋ ਪਰੇ ਵਿਆਪਕ ਹੈ, ਮਾਇਆ ਤੋਂ ਪਰੇ। ਜੋ ਕੁਝ ਅੱਜ ਤੱਕ ਦੇਖਿਆ ਅਸੀਂ, ਸਾਇੰਸ ਨੇ ਦੇਖਿਆ, ਮੰਨ ਲਓ ਲੱਖਾਂ ਗਲੈਕਸੀ ਦੇਖ ਲਈਆਂ, ਸੂਰਜ ਦੇਖ ਲਏ, ਚੰਦਰਮਾ ਦੇਖ ਲਏ, ਫਿਰ ਵੀ ਮਾਇਆ ਹੀ ਦੇਖੀ ਹੈ।
ਆਖੋ ਸ੍ਰੀ ਵਾਹਿਗੁਰੂ। ਮਾਇਆ ਤੋਂ ਪਰੇ ਜੋ ਹੈ, ਜੋ ਮਾਇਆ ਤੋਂ ਪਰੇ ਉਹ ਪਾਰ ਬ੍ਰਹਮ ਹੈ। ਹਾਂਜੀ, ਕਰਬੇ ਲਗਹਿ ਜੋ ਕਾਰਜ ਰਾਸ, ਜਿਹੜਾ ਉਸ ਨੂੰ ਜਾਣਦਾ ਹੈ, ਉਸ ਨੂੰ ਜਾਣਨਾ ਚਾਹੁੰਦਾ ਹੈ, ਉਹਨੂੰ ਜਿਵੇਂ ਕੋਈ ਕੰਮ ਕਰਨਾ ਹੋਵੇ, ਮੰਨ ਲਓ ਸਾਇੰਸ ਵਾਲਿਆਂ ਨੇ ਪੁਲਾੜ ਦੇ ਵਿੱਚ ਯੰਤਰ ਭੇਜੇ ਸੀਗੇ, ਉੱਥੇ ਹੁਣ ਤਾਂ ਬਹੁਤ ਦੂਰ ਦੂਰ ਤੇ ਜਾਂਦੇ ਆ, ਕੈਮਰੇ ਲਾਏ ਆ, ਚੰਦਰਮਾ ਤੇ ਵੀ ਗਏ, ਹੋਰ ਗਏ। ਉਹ ਕਿੰਨੇ ਸਾਲਾਂ ਦੀ ਤਿਆਰੀ, ਕਿੰਨੇ ਬੰਦਿਆਂ ਦਾ ਸਹਿਯੋਗ, ਕਿੰਨੇ ਮੁਲਕਾਂ ਦੀਆਂ ਸਰਕਾਰਾਂ ਨੇ ਪੈਸਾ ਖਰਚਿਆ ਹੋਣਾ, ਕਿੰਨੇ ਸਾਇੰਸਦਾਨ ਲੱਗੇ ਹੋਣਗੇ, ਕਿੰਨੇ ਉੱਪਰ ਗਏ ਹੋਣਗੇ, ਕਿੰਨੇ ਥੱਲੇ ਬਹਿ ਕੇ ਦੇਖਦੇ ਰਹਿੰਦੇ ਆ ਵੀ ਕੀ ਹੋ ਰਿਹਾ, ਉੱਪਰੋਂ ਫੋਟੋਆਂ ਖਿੱਚ ਰਹੇ ਨੇ। ਇੱਕ ਬੰਦੇ ਦਾ ਕੰਮ ਨਹੀਂ, ਟੀਮ ਵਰਕ ਹੈ ਨਾ। ਕਹਿੰਦੇ ਕੋਈ ਵੀ ਕੰਮ ਕਰਨਾ ਹੋਵੇ, ਜਾਂ ਤਾਂ ਆਪਣੇ 'ਚ ਤਾਕਤ ਹੋਵੇ ਤੇ ਜਾਂ ਫਿਰ ਕੋਈ ਕਿਸੇ ਦਾ ਸਹਿਯੋਗ ਹੋਵੇ, ਮਦਦ ਹੋਵੇ, ਕਿਸੇ ਦੀ ਹੈਲਪ ਹੋਵੇ, ਤਾਂ ਹੀ ਕਰ ਸਕਦੇ। ਹਾਂਜੀ, ਤਾਂ ਹੈ ਸਹਾਇਕ ਚਾਹੀਏ ਹੈ ਪਾਸ, ਕੋਈ ਕੰਮ ਕਰਨਾ ਹੋਵੇ ਤੇ ਮਦਦਗਾਰ ਚਾਹੀਦਾ ਹੈ। ਆਖੋ ਸ੍ਰੀ ਵਾਹਿਗੁਰੂ। ਮਦਦਗਾਰ ਤੋਂ ਬਿਨਾਂ ਕੋਈ ਕੰਮ ਨਹੀਂ ਹੁੰਦਾ। ਹਾਂਜੀ, ਜਗ ਮਹਿ ਉਚਾਵਚ ਜੇ ਕਾਜ, ਜਿਹੜੇ ਦੁਨਿਆਵੀ ਕੰਮ ਨੇ, ਜਿਵੇਂ ਮੰਨ ਲਓ ਕੋਈ ਮਕਾਨ ਬਣਾਉਣਾ ਤਾਂ ਸਾਨੂੰ ਕਿਸੇ ਬੰਦੇ ਤੋਂ ਪੈਸਾ ਲੈਣਾ, ਲੋਨ ਲੈਣਾ ਪਏਗਾ, ਕਿਸੇ ਬੰਦੇ ਤੋਂ ਸਾਨੂੰ ਲੱਕੜ ਦਾ ਸਮਾਨ ਖਰੀਦਣਾ ਪਏਗਾ, ਕਿਤੇ ਲੋਹਾ ਲਿਆਵਾਂਗੇ, ਕਿਤੋਂ ਸੀਮੈਂਟ, ਕਿਤੋਂ ਬਜਰੀ, ਕਿਤੋਂ ਰੇਤਾ, ਕਿਤੇ ਸਾਨੂੰ ਮਿਸਤਰੀ ਚਾਹੀਦੇ ਨੇ, ਕੋਈ ਲੱਕੜ ਵਾਲਾ ਮਿਸਤਰੀ ਚਾਹੀਦਾ, ਕੋਈ ਲੋਹੇ ਵਾਲਾ ਚਾਹੀਦਾ, ਕੋਈ ਸ਼ੀਸ਼ੇ ਵਾਲਾ ਚਾਹੀਦਾ, ਤੇ 100 ਬੰਦਿਆਂ ਦੀ ਸਹਾਇਤਾ ਤੇ ਤਾਂ ਮਕਾਨ ਬਣਦਾ। ਜੇ ਖੂਹ ਲਵਾਉਣਾ ਹੈ ਤੇ ਖੂਹ ਲਾਉਣ ਵਾਸਤੇ ਪੈਸਾ ਵੀ ਚਾਹੀਦਾ ਹੈ, ਇੱਟਾਂ ਵੀ ਚਾਹੀਦੀਆਂ ਨੇ, ਮਿਸਤਰੀ ਵੀ ਚਾਹੀਦੇ ਨੇ, ਪੱਟਣ ਵਾਲੇ ਵੀ ਚਾਹੀਦੇ ਨੇ, ਸਾਰਾ ਕੁਝ ਚਾਹੀਦਾ। ਜੇ ਕੋਈ ਵੀ ਕੰਮ ਕਰਨਾ ਇਕੱਲੇ ਨਹੀਂ ਕਰ ਸਕਦੇ, ਮਦਦ ਚਾਹੀਦੀ। ਜੇ ਸਾਡੇ ਸਰੀਰ 'ਚ ਜਿੰਨੀ ਸਮਰੱਥਾ ਹੈ ਓਨਾ ਕੰਮ ਅਸੀਂ ਇਕੱਲੇ ਕਰ ਲਾਂਗੇ, ਪਰ ਜੇ ਸਰੀਰ ਦੀ ਸਮਰੱਥਾ ਤੋਂ ਬਾਹਰ ਹੈ ਤਾਂ ਫਿਰ ਦੂਜੇ ਦੀ ਹੈਲਪ ਚਾਹੀਦੀ ਹੈ। ਲੋਕ ਪਰ ਲੋਕਨ ਕੈ ਸੁਖ ਸਾਜ, ਲੋਕ ਤੇ ਪਰਲੋਕ ਦੇ ਜਿਹੜੇ ਸੁੱਖ ਨੇ, ਭਾਵੇਂ ਇਸ ਦੁਨੀਆ ਦੇ ਸੁੱਖ ਨੇ, ਮੰਨ ਲਓ ਵਿਆਹ ਵੀ ਕਰਾਉਣਾ ਹੋਵੇ, ਵਿਆਹ ਕਰਾਉਣ ਲਈ ਘਰ ਵਾਲੀ ਵੀ ਚਾਹੀਦੀ, ਇਕੱਲਾ ਤਾਂ ਨਹੀਂ ਕਰਾਏਗਾ ਵਿਆਹ, ਕਿਸੇ ਨਾਲ ਹੀ ਕਰਾਏਗਾ। ਬਰਾਤੀ ਵੀ ਚਾਹੀਦੇ ਨੇ, ਕੋਈ ਵਿਚੋਲਾ ਵੀ ਚਾਹੀਦਾ, ਕੋਈ ਗ੍ਰੰਥੀ ਰਾਗੀ ਭਾਈ ਵੀ ਚਾਹੀਦਾ, ਬੜਾ ਕੁਝ ਚਾਹੀਦਾ ਤਾਂ ਹੋਵੇਗਾ। ਕੋਈ ਵੀ ਕੰਮ ਹੈ ਇੱਕ ਬੰਦਾ ਨਹੀਂ, ਮਦਦ ਨਾਲ ਹੁੰਦਾ ਹੈ। ਹਾਂਜੀ, ਕਿਤਕ ਸਹਾਇਕ ਬਿਨ ਨਹਿ ਹੋਤ, ਕਈ ਕੰਮ ਐਸੇ ਨੇ ਜਿਹੜੇ ਕਿਸੇ ਦੀ ਮਦਦ ਬਿਨਾਂ ਨਹੀਂ ਹੁੰਦੇ। ਕੁਝ ਕੰਮ ਨੇ ਉਹ ਬੰਦਾ ਕਰ ਲੈਂਦਾ, ਮੰਨ ਲਓ ਨਹਾਉਣਾ ਹੈ ਤੇ ਨਹਾ ਤਾਂ ਲਏਗਾ ਸਾਬਣ ਤੇਲ ਲਾ ਕੇ, ਪਰ ਉਹਦੇ ਵਿੱਚ ਵੀ ਕਈ ਚੀਜ਼ਾਂ ਦੀ ਮਦਦ ਚਾਹੀਦੀ, ਪਾਣੀ ਚਾਹੀਦਾ, ਸਾਬਣ ਤੇਲ ਚਾਹੀਦਾ। ਕਈ ਕੰਮ ਐਸੇ ਨੇ ਸਹਾਇਤਾ ਤੋਂ ਬਿਨਾਂ ਹੁੰਦੇ ਹੀ ਨਹੀਂ, ਦੂਜੇ ਦੀ ਹੈਲਪ ਤੋਂ ਬਿਨਾਂ ਨਹੀਂ ਹੁੰਦੇ। ਹਾਂਜੀ, ਨਿਸ਼ਫਲ ਜਾਏ ਆਰੰਭ ਉਦੋਤ, ਜੇ ਕੋਈ ਸ਼ੁਰੂ ਕਰ ਵੀ ਲਵੇ, ਮੰਨ ਲਓ ਇਕੱਲਾ ਬੰਦਾ ਕਹੇ ਵੀ ਮੈਂ ਮਕਾਨ ਬਣਾ ਦਿਆਂ, ਇਕੱਲਾ ਹੀ ਲਾ ਲਵੇ ਜ਼ੋਰ, ਇਕੱਲਾ ਕਿੱਥੋਂ ਬਣਾਏਗਾ? ਕੁਛ ਨਾ ਕੁਛ ਤਾਂ ਕਿਸੇ ਦੀ ਹੈਲਪ ਲੈਣੀ ਪਏਗੀ, ਇਕੱਲਾ ਕੁਛ ਨਹੀਂ ਕਰ ਸਕਦਾ। ਹਾਂਜੀ, ਕੇਤਕ ਹੈ ਦੁਹ ਸਾਧਿ ਮਹਾਨ, ਬਹੁਤੇ ਕੰਮ, ਕਈ ਕੰਮ ਐਸੇ ਨੇ ਜਿਹੜੇ ਕਈ ਸੈਂਕੜੇ ਬੰਦਿਆਂ ਦੀ ਮਦਦ ਨਾਲ ਹੁੰਦੇ ਨੇ, ਕਈ ਕੰਮ ਐਸੇ ਨੇ ਜਿਹੜੇ ਹਜ਼ਾਰਾਂ ਬੰਦਿਆਂ ਦੀ ਮਦਦ ਨਾਲ ਹੁੰਦੇ ਨੇ। ਹਾਂਜੀ, ਕਰ ਸਕ ਹੈ ਜੇ ਸਮਰੱਥਵਾਨ, ਜਿਹੜੇ ਸਮਰੱਥਾ ਵਾਲੇ ਨੇ, ਪਾਵਰਫੁੱਲ ਨੇ, ਉਹ ਕਰ ਲੈਂਦੇ ਨੇ। ਹਾਂਜੀ, ਜਿਨ ਕੋ ਮਿਲੇ ਸਹਾਇਕ ਭਾਰੇ, ਜਿਨ੍ਹਾਂ ਨੂੰ ਮਦਦਗਾਰ ਮਿਲ ਗਏ। ਇਹ ਗੱਲ ਥੋੜੀ ਬਰੀਕ ਹੈ, ਇਹ ਸਾਡੀ ਸਾਧਨਾ 'ਚ ਕੰਮ ਆਵੇਗੀ। ਜਿਹੜੀ ਗੱਲ ਗੁਰੂ ਸਾਹਿਬ ਕਹਿ ਰਹੇ ਨੇ, ਜਿਹੜੇ ਸਾਧਨਾ ਕਰ ਰਹੇ ਨੇ, ਗੁਰਮੁਖ ਅਭਿਆਸੀ ਨੇ, ਉਹਨਾਂ ਦੇ ਕੰਮ ਦਾ ਬਚਨ ਹੈ ਇਹ। ਥੋੜ੍ਹਾ ਜਿਹਾ ਇਹੋ ਜਿਹੇ ਬਚਨ ਸੁਣਨੇ ਥੋੜ੍ਹੇ ਧਿਆਨ ਨਾਲ ਪੈਂਦੇ ਆ ਤੇ ਇਹ ਸਮਝਣੇ ਵੀ ਥੋੜ੍ਹੇ ਔਖੇ ਹੁੰਦੇ ਆ। ਮਹਾਰਾਜ ਕਹਿੰਦੇ ਪਹਿਲਾਂ ਦੇ ਰਹੇ ਮਹਾਰਾਜ ਦ੍ਰਿਸ਼ਟਾਂਤ, ਫਿਰ ਸਮਝਾਉਣਗੇ ਦਾਰਸ਼ਟਾਂਤ। ਪਹਿਲਾਂ ਐਗਜ਼ੈਂਪਲ ਦੇ ਰਹੇ ਆ, ਫਿਰ ਐਗਜ਼ੈਂਪਲ ਤੋਂ ਬਾਅਦ ਸਿਧਾਂਤ ਦੱਸਣਗੇ ਆਪਣਾ। ਕਹਿੰਦੇ ਦੇਖੋ ਕੋਈ ਵੀ ਕੰਮ ਹੈ ਉਹ ਕਿਸੇ ਦੀ ਮਦਦ ਨਾਲ ਹੁੰਦਾ ਹੈ, ਇਹ ਤਾਂ ਮੰਨ ਕੇ ਤੁਰੋ। ਕੋਈ ਵੀ ਕੰਮ ਹੈ ਕਿਸੇ ਨਾ ਕਿਸੇ ਦੀ, ਕੋਈ ਕੰਮ ਹੈ 2 ਬੰਦਿਆਂ ਦੀ ਮਦਦ ਨਾਲ ਹੋ ਜਾਂਦਾ ਹੈ, ਕੋਈ ਕੰਮ ਹੈ 100 ਬੰਦਿਆਂ ਦੀ ਮਦਦ ਨਾਲ ਹੁੰਦਾ ਹੈ, ਕੋਈ ਕੰਮ ਹੈ ਹਜ਼ਾਰਾਂ ਬੰਦਿਆਂ ਦੀ ਮਦਦ ਚਾਹੀਦੀ ਹੈ ਤਾਂ ਕੰਮ ਹੁੰਦਾ। ਹਾਂਜੀ, ਸੋ ਸਭ ਕਾਰਜ ਕਰੈ ਹੈ ਸਖਾਰੇ, ਜਿਹਨੂੰ ਮਦਦ ਮਿਲ ਜਾਵੇ, ਹੈਲਪ ਮਿਲ ਜਾਵੇ, ਉਹ ਕੰਮ ਸੌਖਾ ਕਰ ਲੈਂਦਾ। ਜੇ ਕੋਈ ਕੰਮ ਨੂੰ ਅਸੀਂ ਤੁਰੇ ਹਾਂ, ਸਾਨੂੰ ਲੱਗਦਾ ਵੀ ਮੇਰੇ ਤੋਂ ਹੋਣਾ ਨਹੀਂ, ਅਸੀਂ ਨਾਲ ਦੇ 2-4 ਬੰਦਿਆਂ ਨੂੰ ਕਿ ਭਾਈ ਮੇਰੇ ਨਾਲ ਕੰਮ ਕਰਾ ਦਿਓ, ਉਹਨਾਂ ਨੇ ਖੜ ਗਏ ਨਾਲ,
ਕੰਮ ਹੋ ਗਿਆ ਸੌਖਾ। ਜੇ ਉਹ ਨਹੀਂ ਖੜਦੇ, ਨਾਲ ਨਹੀਂ ਕੋਈ ਤੁਰਦਾ, ਤੇ ਉਹ ਕੰਮ ਸਿਰੇ ਨਹੀਂ ਲੱਗਦਾ। ਹਾਂਜੀ, ਨਹੀਂ ਸਹਾਇਕ ਸਮਰੱਥ ਨਾਹੀ। ਕਹਿੰਦੇ ਨਾ ਕੋਈ ਮਦਦਗਾਰ ਹੋਵੇ ਤੇ ਨਾ ਬੰਦਾ ਆਪ ਕਰ ਸਕਦਾ ਹੋ, ਯਾਨੀ ਜਾਂ ਤਾਂ ਆਪ ਸਮਰੱਥ ਹੋਵੇ, ਇਕੱਲਾ ਹੀ ਪਾਵਰਫੁਲ ਹੋਵੇ, ਇਕੱਲਾ ਹੀ ਕਰ ਲਵੇ, ਤੇ ਜੇ ਇਕੱਲਾ ਨਹੀਂ ਕਰ ਸਕਦਾ ਤੇ ਉਹਦੀ ਮਦਦ ਕਰਨ ਵਾਲਾ ਵੀ ਕੋਈ ਨਾ ਹੋਵੇ, ਸੰਸਾ ਹੈ ਤਸ ਕਾਰਜ ਮਾਹੀ। ਤਾਂ ਫਿਰ ਉਸ ਕੰਮ ਵਿੱਚ ਡਾਊਟ ਹੈ, ਉਹ ਨਹੀਂ ਹੋਏਗਾ, ਮੁਸ਼ਕਲ ਹੈ। ਰੱਬੀ ਸਬਬੀ ਹੋ ਜਾਵੇ ਵੱਖਰੀ ਗੱਲ ਹੈ, ਪਰ 90-99% ਤਾਂ ਤੁਸੀਂ ਮੰਨ ਕੇ ਤੁਰੋ, ਇਹ ਸਾਇੰਟੀਫਿਕ ਕਾਰਨ ਹੈ ਵੀ ਉਹ ਕੰਮ 'ਚ ਵਿਘਨ ਪੈ ਜਾਏਗਾ। ਜੇ ਤੁਹਾਡੇ 'ਚ ਸਰੀਰ 'ਚ ਵੀ ਪਾਵਰ ਨਹੀਂ, ਸਮਰੱਥਾ ਨਹੀਂ, ਤੁਹਾਡੇ ਨਾਲ ਕੋਈ ਹੈਲਪ ਵੀ ਨਹੀਂ ਕਰਦਾ, ਤੁਸੀਂ ਉਹ ਕੰਮ ਕਰ ਨਹੀਂ ਸਕੋਗੇ। ਹਾਂਜੀ, ਹੋਏ ਸਹਾਇਕ ਸਮਰੱਥ ਭਾਰੋ। ਕਹਿੰਦੇ ਆਪਣੇ 'ਚ ਵੀ ਸਮਰੱਥਾ ਹੋਵੇ ਤੇ ਨਾਲ ਮਦਦਗਾਰ ਵੀ ਖੜੇ ਹੋਣ, ਫਿਰ ਸੋਨੇ ਤੇ ਸੁਹਾਗਾ ਹੋ ਜਾਂਦਾ। ਹਾਂਜੀ, ਤਬ ਕਾਰਜ ਨਿਸ਼ਚਿੰਤ ਸੁਧਾਰੋ। ਫਿਰ ਉਹ ਕੰਮ ਨਿਸ਼ਚਿੰਤ ਬੜੇ ਆਰਾਮ ਨਾਲ, ਫਿਰ ਤਾਂ ਮਿੰਟੋ ਮਿੰਟ ਹੀ ਹੋ ਜਾਂਦਾ ਹੈ। ਹਾਂਜੀ, ਜੋ ਕਾਰਜ ਬ੍ਰਹਮ ਗਿਆਨ ਵਿਸਾਲਾ। ਆਖੋ ਸ੍ਰੀ ਵਾਹਿਗੁਰੂ। ਹੁਣ ਆਏ ਪਤੇ ਦੀ ਗੱਲ ਤੇ ਸਤਿਗੁਰੂ ਕਹਿੰਦੇ ਸਭ ਤੋਂ ਵੱਡਾ ਜਿਹੜਾ ਕਾਰਜ ਹੈ ਨਾ, ਉਹ ਬ੍ਰਹਮ ਗਿਆਨ ਦੀ ਪ੍ਰਾਪਤੀ ਹੈ, ਆਤਮ ਗਿਆਨ ਦੀ ਪ੍ਰਾਪਤੀ। ਸਭ ਤੋਂ ਔਖਾ ਕੰਮ ਹੈ ਇਹ। ਨਾ ਕੋਈ ਸਾਇੰਸਦਾਨ ਕਰ ਸਕਦਾ, ਨਾ ਕੋਈ ਡਾਕਟਰ, ਨਾ ਕੋਈ ਇੰਜੀਨੀਅਰ, ਨਾ ਕੋਈ ਵਕੀਲ, ਨਾ ਕੋਈ ਜੱਜ, ਨਾ ਕੋਈ ਬਿਜ਼ਨਸਮੈਨ। ਇਹ ਸਿਰਫ ਤੇ ਸਿਰਫ ਗੁਰੂ ਦੀ ਕਿਰਪਾ ਨਾਲ ਹੀ ਹੁੰਦਾ। ਆਖੋ ਸ੍ਰੀ ਵਾਹਿਗੁਰੂ। ਇੱਕੋ ਹੀ ਗੁਰੂ ਦੀ ਕਿਰਪਾ ਤੋਂ ਬਿਨਾਂ ਇਹ ਨਹੀਂ ਹੋ ਸਕਦਾ। ਬਾਕੀ ਜੋ ਮਰਜ਼ੀ ਕਰ ਲਓ, ਸਾਇੰਸਦਾਨ ਭਾਵੇਂ ਅਰਬਾਂ ਮੀਲ ਉੱਪਰ ਚਲੇ ਗਏ। ਜਦੋਂ ਗਏ ਸੀ ਨਾ ਚੰਦਰਮਾ ਉੱਤੇ, ਮੇਰਾ ਖਿਆਲ 60ਵੇਂ ਦਹਾਕੇ ਦੀ ਗੱਲ ਹੈ, ਉਦੋਂ ਗਏ ਸੀਗੇ, ਤੇ ਅਮਰੀਕਾ ਦੇ ਰਾਸ਼ਟਰਪਤੀ ਨੇ ਕਿਹਾ ਸੀ ਖੁਸ਼ੀ ਦੀ ਗੱਲ ਹੈ ਅੱਜ ਚੰਦਰਮਾ ਤੇ ਚਲਾ ਗਿਆ ਇਨਸਾਨ। ਬੜੀ ਖੁਸ਼ੀ ਹੋਵੇਗੀ ਜਦੋਂ ਬੰਦਾ ਆਪਣੇ ਮਨ ਤੇ ਚਲਾ ਜਾਏਗਾ। ਮਨ ਤੇ ਜਾਣਾ ਔਖਾ ਹੈ, ਮਨ ਤੇ ਗੁਰੂ ਲਿਜਾਂਦਾ ਹੈ। ਹਾਂਜੀ, ਸਤਿਨਾਮ ਤੇ ਪੁਰਖ ਸੁਖਾਲਾ। ਉਹ ਹੁਣ ਕੰਮ ਦੇ ਲਈ ਸਹਾਇਤਾ ਚਾਹੀਦੀ ਹੈ। ਬ੍ਰਹਮ ਗਿਆਨ ਦਾ ਕੰਮ ਬੜਾ ਵੱਡਾ ਹੈ ਤੇ ਹੈਲਪ ਚਾਹੀਦੀ ਹੈ। ਹੈਲਪ ਵੀ ਕੰਮ ਵੱਡਾ ਤੇ ਹੈਲਪ ਵੀ ਵੱਡੀ ਚਾਹੀਦੀ ਹੈ। ਕਹਿੰਦੇ ਉਹ ਕਿਹੜੀ ਹੈ? ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਇਹ ਜੋ ਤੀਰ ਹੈ ਨਿਸ਼ਾਨੇ ਦੇ ਉੱਤੇ ਵੱਜੇਗਾ। ਬਾਣ ਸਚਾਵਾ ਸੰਨ ਕੈ ਗੁਰ ਮੰਤਰੜਾ ਚਿਤਾਰ, ਨਾਨਕ ਦੁੱਖ ਨਾ ਥੀ ਵਈ। ਤੂੰ ਗੁਰੂ ਗੁਰੂ ਜਪ, ਆਪਣੇ ਨਿਸ਼ਾਨੇ ਤੇ ਪਹੁੰਚ ਜਾਏਗਾ। ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਬ੍ਰਹਮ ਗਿਆਨ ਦੀ ਪ੍ਰਾਪਤੀ ਲਈ ਸਭ ਤੋਂ ਵੱਡੀ ਮਦਦ ਸਤਨਾਮ ਸ੍ਰੀ ਵਾਹਿਗੁਰੂ ਦਾ ਸਿਮਰਨ ਕਰਦਾ ਹੈ। ਸੋ ਸਤਨਾਮ ਸਤਿਗੁਰੂ ਪਾਸ। ਉਹ ਨਾਮ ਮਿਲਦਾ ਗੁਰੂ ਕੋਲੋਂ। ਉਹ ਨਾਮ ਤੁਹਾਨੂੰ ਮਾਰਕੀਟ ਚੋਂ, ਬਾਜ਼ਾਰ ਚੋਂ ਥੋੜਾ ਮਿਲੇਗਾ। ਉਸ ਨਾਮ ਦਾ ਦਾਤਾ ਸਤਿਗੁਰੂ ਹੈ। ਜਿਸ ਕੋ ਬਖਸ਼ ਹੈ ਕਰ ਹੈ ਪ੍ਰਕਾਸ਼। ਜਿਸ ਨੂੰ ਮਹਾਰਾਜ ਸਾਹਿਬ ਗੁਰੂ ਨਾਨਕ ਦੇਵ ਜੀ ਕਿਰਪਾ ਕਰਕੇ ਨਾਮ ਦੀ ਦਾਤ ਦਿੰਦੇ ਹਨ, ਉਹ ਨਾਮ ਅਭਿਆਸੀ ਜਪਦਿਆਂ 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 ਉਸ ਪਰਮ ਤਤ ਪਰਮਾਤਮਾ ਤੱਕ ਪਹੁੰਚ ਜਾਂਦਾ ਹੈ ਤੇ ਕਾਰਜ ਸੌਖਾ ਹੋ ਜਾਂਦਾ ਹੈ। ਇਸ ਕੋ ਸਭ ਸੁਖੈਨ ਹੋਏ ਜਾਵੇ। ਉਹਨੂੰ ਬੜਾ ਆਰਾਮ ਨਾਲ ਹੀ ਕੰਮ ਹੋ ਜਾਂਦਾ। ਜਿਵੇਂ ਕੋਈ ਬੰਦਾ ਕੰਮ ਕਰਨ ਤੁਰਿਆ ਤੇ ਉਹਨੇ ਦੇਖਿਆ ਵੀ ਮੇਰੇ ਇਕੱਲੇ ਕੋਲੋਂ ਨਹੀਂ ਹੋਣਾ, ਆਪਣੇ ਗੁਆਂਢੀ ਨੂੰ, ਕਿਸੇ ਮਦਦਗਾਰ ਨੂੰ, ਦੋਸਤ ਮਿੱਤਰ ਨੂੰ, ਰਿਸ਼ਤੇਦਾਰ ਨੂੰ ਆਵਾਜ਼ ਮਾਰ ਲਈ, ਭਾਈ ਸਾਹਿਬ ਜਰਾ ਮੇਰੇ ਨਾਲ ਮਦਦ ਕਰ ਦਿਓ। ਦੋਵੇਂ ਜਣੇ ਲੱਗ ਪਏ, ਕੰਮ ਹੋ ਗਿਆ। ਇਕੱਲਾ ਨਹੀਂ ਸੀ ਕਰ ਸਕਦਾ। ਕਹਿੰਦੇ ਬ੍ਰਹਮ ਗਿਆਨ ਦੀ ਪ੍ਰਾਪਤੀ ਇਕੱਲਿਆਂ ਨਹੀਂ ਹੋਣੀ, ਇਹਦੇ ਲਈ ਨਾਮ ਨੇ ਮਦਦ ਕਰਨੀ ਹੈ ਤੇ ਨਾਮ ਗੁਰੂ ਤੋਂ ਮਿਲਣਾ ਹੈ। ਅਨੇਕ ਵਿਘਨ ਦਾ ਹੱਥ ਬਚਾਵੇ। ਗੁਰੂ ਅਨੇਕਾਂ ਵਿਘਨਾਂ ਤੋਂ ਹੱਥ ਦੇ ਕੇ ਬਚਾ ਲੈਂਦਾ ਹੈ। ਆਪਣੇ ਸੇਵਕ ਕੀ ਆਪੇ ਰੱਖੈ, ਆਪੇ ਨਾਮ ਜਪਾਵੈ। ਜੈ ਜੈ ਕਾਜ ਕਿਰਤ ਸੇਵਕ ਕੀ, ਤਹਾਂ ਤਹਾਂ ਉਠ ਧਾਵੈ। ਸੇਵਕ ਕੋ ਨਿਕਟੀ ਹੋਏ ਦਿਖਾਵੈ। ਜਿਵੇਂ ਗੁਰੂ ਬਾਹਰਲੇ ਕੰਮਾਂ ਵਿੱਚ ਸਾਡੀ ਮਦਦ ਕਰਦਾ ਨਾ, ਆਮ ਲੋਕਾਂ ਨੂੰ 99% ਸਾਨੂੰ ਸਿੱਖਾਂ ਨੂੰ, ਮੰਦਰਾਂ ਜਾਣ ਵਾਲਿਆਂ ਨੂੰ, ਗੁਰਦੁਆਰਿਆਂ ਜਾਣ ਵਾਲਿਆਂ ਨੂੰ, ਮਸਜਿਦਾਂ ਵਿੱਚ ਜਾਣ ਵਾਲਿਆਂ ਨੂੰ, ਚਰਚ ਵਿੱਚ ਜਾਣ ਵਾਲਿਆਂ ਨੂੰ ਇੰਨਾ ਹੀ ਮਤਲਬ ਹੁੰਦਾ ਵੀ ਬਾਬਾ ਸਾਡੇ ਕਾਕੇ ਦੀ ਕੁੜਮਾਈ ਚੰਗੇ ਘਰ, ਬੱਚੇ ਵੈਲ ਸੈੱਟ ਹੋ ਜਾਣ, ਪੜ੍ਹਾਈ ਲਿਖਾਈ ਠੀਕ ਹੋ ਜਾਏ, ਗੱਡੀਆਂ ਕਾਰਾਂ ਠੀਕ ਚੱਲੀ ਜਾਣ, ਕਾਰੋਬਾਰ ਵਧੀਆ, ਇਹ ਮੰਗਦੇ ਹੈ। 99% ਤੋਂ 99 ਕਹਿ ਦਿਓ, ਉਹ ਮਿਲ ਜਾਂਦਾ, ਗੁਰੂ ਦਿੰਦਾ। 1% ਉਹ ਹੁੰਦੇ ਹਨ ਜਿਹੜੇ ਕਹਿੰਦੇ ਜਿਹੜਾ ਆਤਮਾ ਦਾ ਰਸਤਾ ਹੈ,
ਜਿਹੜੀ ਆਤਮਿਕ ਖੇਡ ਹੈ ਉਹਦੇ ਵਿੱਚ ਗੁਰੂ ਸਹਾਇਤਾ ਕਰੇ, ਫਿਰ ਗੁਰੂ ਉੱਥੇ ਸਹਾਇਤਾ ਕਰਦਾ। ਆਖੋ ਸ੍ਰੀ ਵਾਹਿਗੁਰੂ। ਉਹ ਗੁਰੂ ਦੀ ਸਹਾਇਤਾ ਤੋਂ ਬਿਨਾਂ ਉਹ ਘਾਟੀ ਚੜ੍ਹੀ ਨਹੀਂ ਜਾ ਸਕਦੀ। ਹੋ ਸਕਦਾ ਕੋਈ ਬੰਦਾ ਗੁਰੂ ਤੋਂ ਬਿਨਾਂ ਦੁਨਿਆਵੀ ਤੌਰ ਤੇ ਕਾਮਯਾਬ ਹੋਇਆ ਹੋਵੇ, ਵੈਸੇ ਤਾਂ ਦਾਤਾਂ ਉਸ ਪਰਮੇਸ਼ਰ ਦੀਆਂ ਸਾਰੀਆਂ। ਜਿਹੜੇ ਮੰਨਦੇ ਨੇ ਆਸਤਕ ਲੋਕ ਉਹਨਾਂ ਨੂੰ ਵੀ ਰੱਬ ਦਿੰਦਾ, ਜਿਹੜੇ ਨਹੀਂ ਮੰਨਦੇ ਨਾਸਤਕ ਉਹਨਾਂ ਨੂੰ ਵੀ ਰੱਬ ਦਿੰਦਾ। ਧਨਦਾਰਾ ਅਰ ਲక్ష్ਮੀ ਪਾਪੀ ਕੇ ਵੀ ਹੋਏ। ਪੈਸਾ, ਸੁੰਦਰ ਇਸਤਰੀ ਤੇ ਰਾਜ ਭਾਗ, ਗੱਡੀਆਂ ਕਾਰਾਂ ਤੇ ਪਾਪੀ ਬੰਦੇ ਕੋਲ ਵੀ ਹੁੰਦੀਆਂ। ਪਰ ਸੰਤ ਸਮਾਗਮ ਹਰ ਕਥਾ ਤੁਲਸੀ ਦੁਰਲਭ ਦੋਏ। ਸੰਤਾਂ ਦੀ ਸੰਗਤ, ਹਰੀ ਦੀ ਕਥਾ ਇਹ ਦੁਰਲਭ ਹੈ, ਇਹ ਗੁਰੂ ਕੋਲੋਂ ਹੀ ਮਿਲਦੀ ਹੈ। ਦੋਹਰਾ ਮਾਰਗ ਇਹ ਬਿਨ ਸਤਿਗੁਰੂ। ਗੁਰੂ ਤੋਂ ਬਿਨਾਂ ਇਹ ਰਸਤਾ ਕੋਈ ਦੱਸ ਨਹੀਂ ਸਕਦਾ। ਹੋਰ ਕਿਤੇ ਸਾਰਾ ਦਿਨ ਆਪਾਂ ਮਾਰਕੀਟ 'ਚ ਰਹਿੰਦੇ ਹਾਂ, ਕੋਈ ਸਾਨੂੰ ਕਹਿੰਦਾ ਨਾਮ ਜਪ ਲਓ, ਕਿਸੇ ਨੇ ਕਿਹਾ ਬਾਣੀ ਪੜ੍ਹ ਲਓ, ਗੁਰਦੁਆਰੇ ਆਉਂਦੇ ਆ, ਇਹ ਗੱਲਾਂ ਗੁਰੂ ਕੋਲੋਂ ਹੀ ਮਿਲਦੀਆਂ। ਗੁਰੂ ਤੋਂ ਬਿਨਾਂ ਇਹ ਗੱਲਾਂ ਕੋਈ ਨਹੀਂ ਦੱਸਦਾ। ਦੁਸ਼ ਪ੍ਰਾਪਤ ਅਤ ਜਾਨ। ਮਹਾਰਾਜ ਕਹਿੰਦੇ ਦਾਰਾ ਛਕੋ, ਕਿਤੋਂ ਵੀ ਨਹੀਂ ਮਿਲਣੀਆਂ। ਦੁਸ਼ ਪ੍ਰਾਪਤ ਔਖਾ ਹੈ। ਇਹ ਗੁਰੂ ਦੀ ਗੱਲ ਗੁਰੂ ਕੋਲੋਂ ਹੀ ਮਿਲਦੀ। ਹਰ ਚੀਜ਼ ਦੀ ਮਿਲਣ ਦੀ ਥਾਂ ਹੁੰਦੀ ਹੈ। ਸੋਨਾ ਲੈਣਾ ਜਿਊਲਰ ਕੋਲ ਜਾਓਗੇ, ਜੇ ਤੁਸੀਂ ਹੋਮ ਡਿਪੂ 'ਚ ਜਾ ਕੇ ਕਹੋ ਵੀ ਸੋਨੇ ਦੇ ਗਹਿਣੇ, ਨਹੀਂ, ਉੱਥੇ ਤੁਹਾਨੂੰ ਮਿਲ ਜਾਏਗਾ ਲੋਹੇ ਦਾ ਸਮਾਨ ਮਿਲ ਜਾਏਗਾ, ਲੱਕੜ ਦਾ ਮਿਲ ਜਾਏਗਾ। ਹਰ ਚੀਜ਼ ਦੀ ਪ੍ਰਾਪਤੀ ਦਾ ਇੱਕ ਸਥਾਨ ਹੁੰਦਾ, ਇੱਕ ਮਾਰਕੀਟ ਹੁੰਦੀ ਹੈ, ਇੱਕ ਦੁਕਾਨ ਹੁੰਦੀ ਹੈ। ਨਾਮ ਦੀ ਪ੍ਰਾਪਤੀ ਗੁਰੂ ਦੀ ਮੰਡੀ 'ਚੋਂ ਹੁੰਦੀ ਹੈ, ਦੁਨਿਆਵੀ ਮੰਡੀ 'ਚੋਂ ਨਹੀਂ ਹੁੰਦੀ। ਇਹ ਸੌਦਾ ਇੱਥੇ ਵਿਕਦਾ ਹੈ। ਇਹੀ ਤਾਂ ਬਾਬੇ ਦਾ ਸੱਚਾ ਸੌਦਾ ਹੈ। ਇਹੀ ਤਾਂ ਗੁਰੂ ਨਾਨਕ ਦਾ ਖਰਾ ਸੌਦਾ ਹੈ। ਹਾਂਜੀ। ਗੁਰੂ ਗ੍ਰੰਥ ਮੈਂ ਕਹਿਓ ਸ਼ੁਭ। ਗੁਰੂ ਹਰਿਰਾਏ ਸਾਹਿਬ ਕਹਿੰਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ, ਗੁਰੂ ਅਰਜਨ ਦੇਵ ਜੀ ਮਹਾਰਾਜ, ਗੁਰੂਆਂ ਦੀ ਬਾਣੀ ਵਿੱਚ ਇਹੀ ਤਾਂ ਸਿਧਾਂਤ ਸਮਝਾਇਆ ਗਿਆ ਹੈ। ਸੋ ਸੁਨ ਕਾਨ ਪ੍ਰਮਾਣ। ਇਹ ਭਾਈ ਉਹ ਕੰਨ ਦੇ ਕੇ ਧਿਆਨ ਨਾਲ ਸੁਣੋ। ਪ੍ਰਮਾਣ ਮੰਨਣਾ ਵੀ ਪਏਗਾ ਨਾ, ਪਹਿਲਾਂ ਤਾਂ ਸੁਣਨਾ। ਪਹਿਲੀ ਗੱਲ ਤਾਂ ਸਾਧ ਸੰਗਤ ਜੀ ਅਸੀਂ ਸੁਣਦੇ ਕੋਈ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਿਰਫ ਮੱਥਾ ਟੇਕਦੇ ਹਾਂ, ਸੁਣਦੇ ਕੋਈ ਨਹੀਂ, ਮਾਫ ਕਰ ਦੇਣਾ। ਫਿਰ ਜਦੋਂ ਸੁਣ ਕੇ ਫਿਰ ਮੰਨਦੇ ਕੋਈ ਨਹੀਂ। ਕਹਿੰਦੇ ਮੇਰਾ ਮਨ ਨਹੀਂ ਮੰਨਦਾ। ਇੱਦਾਂ ਨਹੀਂ ਹੋ ਸਕਦਾ। ਕਹਿੰਦੇ ਮੈਨੂੰ ਡਾਊਟ ਹੈ। ਅੱਜ 90 ਸਿੱਖ ਜਿਹੜੇ ਆ ਨਾ 100 ਚੋਂ, ਉਹ ਇਹੀ ਕਹਿਣਗੇ ਮੇਰਾ ਮਨ ਨਹੀਂ ਮੰਨਦਾ। ਹੁਣ ਕੀ ਕਰੀਏ ਭਾਈ? ਪਹਿਲਾਂ ਤਾਂ ਤੁਸੀਂ ਧਿਆਨ ਨਾਲ ਸੁਣਿਆ ਹੀ ਕੋਈ ਨਹੀਂ। ਜੇ ਸੁਣ ਲਿਆ ਤੇ ਮੰਨਣ ਦੀ ਤੁਹਾਡੇ 'ਤੇ ਕੈਪੈਸਿਟੀ ਕੋਈ ਨਹੀਂ। ਮੰਨਣਾ ਕਿਹੜਾ ਅੰਦਰ, ਮੰਨਣਾ ਇੱਕ ਬਹੁਤ ਵਜਨ ਵਾਲਾ ਕੰਮ ਹੈ। ਸਤਿਗੁਰੂ ਕਹਿੰਦੇ ਮੰਨੇ ਕੀ ਗਤ ਕਹੀ ਨਾ ਜਾਏ, ਮੰਨੇ ਸੁਰਤ ਹੋਵੇ ਮਨ ਬੁੱਧ। ਮੰਨੇ ਨਾਲ ਸੁਰਤ ਜਾਗਣੀ, ਮੰਨਦਾ ਹੈ ਨਹੀਂ ਬੰਦਾ, ਸੁਰਤ ਕਿਵੇਂ ਜਾਗਣੀ? ਸੁਰਤ ਸੁੱਤੀ ਪਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜੋ ਬ੍ਰਹਮ ਗਿਆਨ ਕਿਹਾ ਹੈ, ਮਹੱਲਾ ਪਹਿਲਾ, ਉਹ ਪਹਿਲੇ ਪਾਤਸ਼ਾਹ ਜੀ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਵਾਰਾਂ ਦੇ ਵਧੀਕ ਵਿੱਚ ਇਸ ਤਰ੍ਹਾਂ ਫਰਮਾਉਂਦੇ ਹਨ। ਸ੍ਰੀ ਮੁਖ ਵਾਕ। ਇਹ ਸਤਿਗੁਰੂ ਜੀ ਦੇ ਆਪਣੇ ਸੁਭਾਏਮਾਨ ਸੁੰਦਰ ਮੁਖ ਦੇ ਬਚਨ ਨੇ, ਗੁਰੂ ਨਾਨਕ ਸਾਹਿਬ ਜੀ ਦੇ। ਨਾਨਕ ਗੁਰੂ ਨਾ ਚੇਤਨੀ। ਮਹਾਰਾਜ ਕਹਿੰਦੇ ਨਾਨਕ ਗੁਰੂ ਨਾ ਚੇਤਨੀ, ਗੁਰੂ ਨੂੰ ਚੇਤੇ ਨਹੀਂ ਕਰਦੇ। ਆਖੋ ਸ੍ਰੀ ਵਾਹਿਗੁਰੂ। ਆਸਾ ਜੀ ਦੀ ਵਾਰ ਦਾ ਇਹ ਸਲੋਕ ਹੈ। ਕਈ ਲੋਕ ਕਹਿੰਦੇ ਸਾਨੂੰ ਗੁਰੂ ਦੀ ਕੀ ਲੋੜ ਹੈ, ਗੁਰੂ ਧਾਰਨ ਕਰਨ ਦੀ ਕੀ ਲੋੜ ਹੈ, ਗੁਰੂ ਮੰਤਰ ਲੈਣ ਦੀ ਕੀ ਲੋੜ ਹੈ। ਉਹ ਗੁਰੂ ਨੂੰ ਚੇਤੇ ਹੀ ਨਹੀਂ ਕਰਦੇ। ਕਹਿੰਦੇ ਅਸੀਂ ਆਪ ਹੀ ਰੱਬ ਨੂੰ ਪਾ ਲਾਂਗੇ, ਕਿਤਾਬਾਂ ਪੜ੍ਹ ਕੇ ਪਾ ਲਾਂਗੇ। ਹੁਣ ਇਹ ਦੱਸੋ ਵੀ ਜਿਹੜੇ ਡਾਕਟਰ ਬਣੇ ਹੋ, ਤੁਸੀਂ ਇਕੱਲੇ ਓਨਲੀ ਕਿਤਾਬਾਂ ਪੜ੍ਹ ਕੇ ਡਾਕਟਰ ਬਣੇ ਹੋ? ਮੈਡੀਕਲ ਦੀਆਂ ਕਿਤਾਬਾਂ ਪੜ੍ਹੀਆਂ, ਤੁਹਾਨੂੰ ਉਹਦੇ ਨਾਲ ਹੀ ਡਾਕਟਰੀ ਦੀ ਡਿਗਰੀ ਮਿਲ ਗਈ? ਨਹੀਂ, ਕਿਸੇ ਪ੍ਰੋਫੈਸਰ ਨੇ, ਕਿਸੇ ਵਿਦਵਾਨ ਨੇ ਤੁਹਾਨੂੰ ਦੱਸਿਆ ਇੱਦਾਂ ਵੀ ਕਰਨਾ, ਇੱਦਾਂ ਕਰਨਾ। ਕਹਿੰਦੇ ਨਾਨਕ ਗੁਰੂ ਨਾ ਚੇਤਨੀ, ਗੁਰੂ ਨੂੰ ਚੇਤੇ ਹੀ ਨਹੀਂ ਕਰਦੇ। ਮਨ ਆਪਣਾ ਸੁਚੇਤ। ਆਪਣੇ ਆਪ 'ਚ ਹੀ ਸਿਆਣੇ ਬਣੇ ਹੋਏ ਨੇ, ਆਪਣੇ ਮਨ 'ਚ ਹੀ ਸੁਚੇਤ ਬਣੇ ਹੋਏ ਨੇ। ਛੁੱਟੇ ਤਿਲ ਬੁਆੜ ਚਿਓ। ਉਹ ਬੰਦੇ ਬੁਆੜ ਤਿਲ ਦੀ ਤਰ੍ਹਾਂ ਰਹਿ ਜਾਂਦੇ। ਜਿਵੇਂ ਬੁਆੜ ਤਿਲ ਨੂੰ ਨਾ ਤਾਂ ਕਿਸਾਨ ਚੁੱਕਦਾ ਖੇਤਾਂ 'ਚ, ਉੱਥੇ ਹੀ ਪਿਆ ਰਹਿੰਦਾ। ਹਾਂਜੀ। ਸੁਣਿਆ ਅੰਦਰ ਖੇਤ ਵਿੱਚ ਸੁੰਝਾ ਹੀ ਖੜਿਆ ਬੁਆੜ ਤਿਲ, ਵਿੱਚੋਂ ਦੇ ਸੁਆਹ ਹੀ ਨਿਕਲਦੀ, ਕੁਛ ਨਹੀਂ ਨਿਕਲਦਾ। ਹਾਂਜੀ। ਖੇਤਾਂ ਅੰਦਰ ਛੁੱਟਿਆ। ਕਹਿੰਦੇ ਖੇਤ ਦੇ ਵਿੱਚ ਰਹਿ ਜਾਂਦਾ, ਖੇਤ ਵਿੱਚ ਹੀ ਛੁੱਟੜ ਪਿਆ ਰਹਿੰਦਾ ਹੈ। ਕਹ ਨਾਨਕ ਸੋ ਨਾ। ਉਹਦੇ 100 ਖਸਮ ਹੁੰਦੇ ਨੇ, ਇੱਕ ਵੀ ਖਸਮ ਨਹੀਂ ਹੁੰਦਾ। 100 ਨਾ ਜਿਹੜਾ ਮਰਜ਼ੀ ਆਵੇ ਚੁੱਕ ਲਵੇ, ਤੋੜ ਦੇਵੇ, ਸੁੱਟ ਦੇਵੇ, ਪੈਰ ਥੱਲੇ ਮਸਲ ਦੇਵੇ, ਉਹ ਬੁਆੜ ਤਿਲ ਦਾ ਕੋਈ ਮਾਲਕ ਨਹੀਂ ਬਣਦਾ।
ਫੁੱਲਿਆ ਬਪੜੇ ਫਲਦੇ ਵੀ ਨੇ ਫੁੱਲਦੇ ਵੀ ਨੇ ਵਿਚਾਰੇ, ਭੀ ਤਨ ਵਿੱਚ ਸਵਾ ਪਰ ਵਿੱਚੋਂ ਸਵਾਹ ਹੀ ਨਿਕਲਦੀ ਹੈ। ਵਿੱਚੋਂ ਉਹਨਾਂ ਦੇ ਤਿਲ ਥੋੜਾ ਨਿਕਲਦੇ, ਸਵਾਹ ਨਿਕਲਦੀ, ਕੁਛ ਨਹੀਂ ਹੁੰਦਾ ਉਹਨਾਂ ਵਿੱਚ। ਸ਼ਲੋਕ 12 ਤੇ ਵਧੇਕ 12 ਦੇ ਵਧੇਕ ਜਿਹੜੇ ਸ਼ਲੋਕ ਮਾਰੇ ਉਹਦੇ ਵਿੱਚ ਫਰਮਾਉਂਦੇ ਹਨ। ਮਹੱਲਾ ਪਹਿਲਾ ਪਹਿਲੇ ਪਾਤਸ਼ਾਹ ਜੀ ਕਥਨ ਕਰਦੇ ਹਨ। ਜੇ ਤੂੰ ਤਾਰੂ ਕਾਣ ਮਹਾਰਾਜ ਕਹਿੰਦੇ ਜੇ ਤੂੰ ਤਾਰੂ ਹੈ, ਤਰਨ ਵਾਲਾ, ਪਾਣੀ ਦੇ ਵਿੱਚ ਤਰਨ ਵਾਲਾ ਹੈ, ਤਾਹੂ ਪੁੱਛ ਤੜਨ ਕਲ ਫਿਰ ਵੀ ਤੂੰ ਨਾ ਜਿਹੜੇ ਪਹਿਲਾਂ ਤਰੇ ਹੋਏ ਨੇ ਉਹਨਾਂ ਨੂੰ ਪੁੱਛ ਲੈ। ਆਖੋ ਸ੍ਰੀ ਵਾਹਿਗੁਰੂ। ਪਾਣੀ 'ਚ ਵੜਨ ਲੱਗਾ, ਜਿਹੜੇ ਉੱਥੇ ਮਲਾਹ ਨੇ, ਜਿਹੜੇ ਉੱਥੇ ਰੋਜ਼ ਰਹਿੰਦੇ ਨੇ ਨਦੀ ਦੇ ਕਿਨਾਰੇ ਤੇ, ਉਹਨਾਂ ਨੂੰ ਪੁੱਛ ਲੈ, ਉਹਨਾਂ ਨੂੰ ਕਲਾ ਪੁੱਛ ਲੈ ਤਰਨ ਦੀ। ਉਹ ਤੈਨੂੰ ਦੱਸਣਗੇ ਵੀ ਇੱਥੇ ਪਾਣੀ ਜ਼ਿਆਦਾ ਹੈ, ਇੱਥੇ ਪਾਣੀ ਘੱਟ ਹੈ, ਇੱਥੇ ਪਾਣੀ ਡੋਬਦਾ ਹੈ। ਜੇ ਉਹ ਤੂੰ ਪੁੱਛੇਗਾ ਉਹ ਤੈਨੂੰ ਸਹੀ ਰਸਤਾ ਦੱਸਣਗੇ। ਤਾਹੂ ਖਰੇ ਸੋ ਜਾਣ ਉਹ ਜਿਹੜੇ ਸਿਆਣੇ ਹਨ, ਸਮਝਦਾਰ ਹਨ, ਤਰਨ ਵਾਲੇ, ਵੰਜਾ ਇਨੀ ਕਪਰੀ ਉਹ ਦੱਸਣਗੇ ਵੀ ਇਹਨਾਂ ਕੱਪਰਾਂ ਵਿੱਚ ਜਾਣਾ ਕਿ ਨਹੀਂ ਜਾਣਾ। ਜੇ ਤੂੰ ਗਿਆ, ਕੱਪਰ ਕਹਿੰਦੇ ਨੇ ਜਿਹੜੀ ਘੁੰਮਣ ਘੇਰੀ ਹੁੰਦੀ, ਪਾਣੀ ਦੇ ਵਿੱਚ ਪੈਂਦੇ ਨੇ, ਫਿਰਕੀ ਜਿਹੀ ਪੈਂਦੀ, ਉਹਨੂੰ ਕੱਪਰ ਕਹਿੰਦੇ। ਉਹਦੇ ਵਿੱਚ ਬੰਦਾ ਫਸ ਜਾਵੇ, ਉਹ ਬਹੁਤ ਵੱਡੇ ਵੱਡੇ ਤਾਕਤਵਰ ਤੈਰਾਕ ਨੂੰ ਵੀ ਘੇਰ ਲੈਂਦੀ, ਸੁੱਟ ਲੈਂਦੀ ਹੈ, ਵਿੱਚ ਡੋਬ ਲੈਂਦੀ ਹੈ। ਸੋ ਇਹ ਜਿਹੜੀ ਸੰਸਾਰ ਦੀ ਘੁੰਮਣ ਘੇਰੀ ਹੈ, ਇਹ ਤਾਂ ਬਹੁਤ ਹੀ ਖਤਰਨਾਕ ਹੈ। ਇਹਦੇ ਵਿੱਚ ਤਰਨ ਵਾਸਤੇ ਪੂਰੇ ਗੁਰੂ ਨੂੰ ਪੁੱਛ ਲੈ ਵੀ ਕਿੱਦਾਂ ਤਰਾਂ। ਜੇ ਤੂੰ ਆਪਣੇ ਆਪ ਤਰਨ ਦੀ ਕੋਸ਼ਿਸ਼ ਕਰੇਗਾ ਨਹੀਂ ਤਰ ਸਕੇਗਾ। ਇਸ ਤਰ੍ਹਾਂ ਸਾਹਿਬ ਜੀ ਨੇ ਸਿੱਖਿਆ ਦਿੱਤੀ। ਗੁਰੂ ਹਰਿਰਾਏ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਆਪਾਂ ਸਰਵਣ ਕੀਤੇ। ਭੁੱਲਾਂ ਚੁੱਕਾਂ ਦੀ ਖਿਮਾ। ਅੱਗੇ ਦਾਰਾ ਸ਼ਿਕੋ ਨੂੰ ਜੋ ਉਪਦੇਸ਼ ਦੇਣਗੇ ਬੜੇ ਵਿਸਥਾਰ ਵਾਲਾ ਹੈ। ਅਗਲੇ ਪ੍ਰਕਰਣ 'ਚ ਆਪ ਜੀ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਹੇ ਸਮਰੱਥ ਅਗੰਮ ਪੂਰਨ, ਮੋਹਿ ਮਇਆ ਧਾਰ, ਅੰਧਕੂਪ ਮਹਾ ਭਿਆਨ, ਨਾਨਕ ਪਾਰ ਉਤਾਰ। ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਇਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ, ਜੋ ਸ਼ਰਧਾ ਕਰ ਸੇਵਦੇ, ਗੁਰੂ ਪਾਰ ਉਤਾਰਨਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹੈ ਨਾਨਕ ਆਨੰਦ ਹੋਵਾ। ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ। ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ।